गुरदाता गुर हिवै घर, गुर दीपक ते लोए। अमर पदार्थ नानका मन मानिया सुख होए। तेरे कवण कवण गुण कह कह गावा, तू साहिब गुणी निदाना। तुम्हारी महिमा वर्णना सकूं, तू ठाकुर ऊच भगवाना। धन वाहिगुरु साहिब जी, राग आसा बाणी शेख फरीद जियो की। एक ओंकार सतगुर प्रसाद। बोले शेख फरीद प्यारे अल्लाह लगे। ए तन हुसी खाक निमाणी गोर करे। आज मिलावा शेख फरीद ताकम कुंजड़ियां। मनो मचंदड़ियां। आज मिलावा शेख फरीद ताकम कुंजड़ियां। मनो मचंदड़ियां रहा। जे जाना मर जाइए घूम ना आइए। झूठी दुनिया लग ना आप वंजाइए। बोलिए सच धर्म झूठ ना बोलिए। जो गुर दसे वाट मुरीदा जोलिए। शहर लगंदे पार गोरी मन धीरिया। कंचन वन्ने पासे कलवत चीरिया। शेख हयाती जग ना कोई थिर रहया। जिस आसन हम बैठे केते बैस गया। कतक पूंजा चीत डो सावन बिजुलियां। सियाले सोंदियां फिर गल बाहड़ियां। चले चलन हार विचारा ले मनो। गंढेंदिया शेमा तुड़ेंदिया हिक किनो। जिमें पुछा यशमानो
ਫਰੀਦਾ ਖੇਵਟ ਕਿਨ ਗਏ, ਜਾਲਣ ਗੁਰਾਂ ਨਾਲ ਉਲਾਮੇ ਜੀ ਸਹੇ। ਜਿਵੇਂ ਪੁੱਛਿਆ ਯਸ਼ਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੁਰਾਂ ਨਾਲ ਉਲਾਮੇ ਜੀ ਸਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਅੱਜ ਆਪਾਂ ਸਾਰੇ ਜਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਾਲਾ ਸਿੰਘ ਜੀ, ਜਿਹੜੇ ਪਿਛਲੇ ਸਮੇਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ, ਤਿੰਨਾਂ ਦੀ ਯਾਦ ਵਿੱਚ ਬਰਸੀ ਵਜੋਂ ਸੇਵਕ ਪਰਿਵਾਰ ਨੇ ਜਿੱਥੇ ਸਤਿਗੁਰਾਂ ਦੇ ਚਰਨਾਂ ਦਾ ਉਲਟ ਆਸਰਾ ਤੱਕਦਿਆਂ ਹੋਇਆਂ ਆਪਣੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ। ਸੰਪੂਰਨਤਾ ਤੋਂ ਉਪਰੰਤ ਮੇਰੇ ਤੋਂ ਪਹਿਲਾਂ ਆਪ ਜੀ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤੇ ਨੇ। ਆਓ ਸਾਰੇ ਜਣੇ ਮਿਲ ਕੇ ਕੁਝ ਸਮੇਂ ਲਈ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਦੇ ਰਾਹੀਂ ਇਹ ਜਾਣਨ ਦਾ ਯਤਨ ਕਰੀਏ ਕਿ ਮਨੁੱਖਾ ਜੀਵਨ ਹੈ ਕੀ ਹੈ, ਸਾਨੂੰ ਕਿਸ ਵਾਸਤੇ ਮਿਲਿਆ, ਕਿੰਨੇ ਸਮੇਂ ਵਾਸਤੇ ਮਿਲਿਆ ਤੇ ਆਪਾਂ ਦੁਨੀਆ ਦੇ ਵਿੱਚ ਕਰਨਾ ਕੀ ਹੈ। ਕੋਸ਼ਿਸ਼ ਕਰਾਂਗਾ ਨਿਰੋਲ ਬਾਣੀ ਦਾ ਆਸਰਾ ਲੈ ਕੇ ਬਾਹਰੀ ਵਿਚਾਰਾਂ ਨੂੰ ਤਿਆਗ ਕੇ ਕੇਵਲ ਤੇ ਕੇਵਲ ਇੱਕੋ ਇੱਕ ਸ਼ਬਦ ਗੁਰੂ ਦੀ ਰਹਿਮਤ ਦੇ ਸਦਕਾ ਪਾਵਨ ਸ਼ਬਦਾਂ ਦੀ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾ ਸਕਾਂ। ਬੇਨਤੀ ਕਰਾਂਗਾ ਰੱਬਤਾ ਤੋਂ ਪਹਿਲਾਂ ਜਿਹੜੇ ਵੀਰ ਬਾਹਰ ਬੈਠੇ ਨੇ, ਕੋਸ਼ਿਸ਼ ਕਰੋ ਅੰਦਰ ਬਾਬਾ ਕਾਫੀ ਜਗ੍ਹਾ ਹੈ ਤੇ ਆਪ ਜੀ ਅੰਦਰ ਆ ਕੇ ਬੈਠੋ ਤਾਂ ਜੋ ਕਿ ਜਿਹੜੀ ਕਥਾ ਕਰਨੀ ਹੈ ਜਾਂ ਕੀਰਤਨ ਕਰਨਾ ਹੈ, ਕੀਰਤਨ ਸਾਜ਼ਾਂ ਦੇ ਨਾਲ ਕੀਤਾ ਜਾਂਦਾ ਹੈ ਤੇ ਆਪਾਂ ਜਿੱਥੇ ਮਰਜ਼ੀ ਬਹਿ ਕੇ ਸੁਣ ਸਕਦੇ ਹਾਂ। ਪਰ ਜਦੋਂ ਵਿਚਾਰਾਂ ਕਰਨੀਆਂ ਹੁੰਦੀਆਂ, ਵਿਚਾਰਾਂ ਸੁਣਨੀਆਂ ਹੁੰਦੀਆਂ ਨੇ, ਉਦੋਂ ਕੋਸ਼ਿਸ਼ ਕਰੀਏ ਕਿ ਆਪਾਂ ਸਾਹਮਣੇ ਬੈਠੀ ਹੋਈਏ ਤੇ ਵਿਚਾਰਾਂ ਕਰਨ ਵਾਲੇ ਨੂੰ ਵੀ ਆਨੰਦ ਆਉਂਦਾ ਹੈ ਤੇ ਸੁਣਨ ਵਾਲੇ ਨੂੰ ਵੀ। ਬੇਨਤੀ ਹੈ ਅੰਦਰ ਬਹੁਤ ਜਗ੍ਹਾ ਹੈ, ਸਾਰੇ ਵੀਰ ਆ ਕੇ ਕਿਰਪਾ ਕਰਕੇ ਅੰਦਰ ਬੈਠੋ ਤਾਂ ਜੋ ਕਿ ਆਪਾਂ ਸਾਰੇ ਜਣੇ ਮਿਲ ਕੇ ਸ਼ਬਦ ਦੀ ਵਿਚਾਰ ਦੇ ਰਾਹੀਂ ਗੁਰੂ ਚਰਨਾਂ ਵਿੱਚ ਆਪਣੇ ਆਪ ਨੂੰ ਟਿਕਾ ਸਕੀਏ। ਆਓ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਸਾਰੇ ਜਣੇ ਮਿਲ ਕੇ ਪਿਆਰ ਸਾਹਿਬ ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਆਪਣੀ ਆਪਣੀ ਸਾਰੇ ਜਣੇ ਰਸਨਾ ਨੂੰ ਪਵਿੱਤਰ ਕਰੋ ਜੀ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸ਼ੇਖ ਫਰੀਦ ਜੀ ਉਹਨਾਂ ਦੀ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕੀਤਾ ਹੋਇਆ ਆਸਾ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 488 ਦੇ ਉੱਤੇ ਸੁਭਾਈਮਾਨ ਹੈ। ਆਓ ਸਾਰੇ ਜਨ ਮਿਲ ਕੇ ਪਾਵਨ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ। ਬਾਬਾ ਫਰੀਦ ਜੀ ਜਿਨ੍ਹਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਬਖਸ਼ੀ ਕੀਤੀ ਹੈ ਕਿ ਮੈਂ ਮੌਤ ਨੂੰ ਬੜੀ ਨਜ਼ਦੀਕ ਤੋਂ ਦੇਖਿਆ ਹੈ ਤੇ ਦੁਨੀਆ ਦੇ ਅੰਦਰ ਵੀ ਆਪਣੀ ਉਮਰ ਬਤੀਤ ਕੀਤੀ ਹੈ, ਪਰ ਇੱਕ ਗੱਲ ਅਸਲੀਅਤ ਹੈ, ਇੱਕ ਗੱਲ ਬਿਲਕੁਲ ਸੱਚ ਹੈ ਕਿ ਇਹ ਮਨੁੱਖਾ ਜੀਵਨ ਜਿਹੜਾ ਇਹ ਸਦਾ ਵਾਸਤੇ ਦੁਨੀਆ ਦੇ ਵਿੱਚ ਨਹੀਂ ਰਹਿਣਾ। ਇਹ ਕੁਝ ਸਮੇਂ ਵਾਸਤੇ ਸਾਨੂੰ ਮਿਲਿਆ ਤੇ ਕੁਝ ਸਮਾਂ ਅਸੀਂ ਦੁਨੀਆ ਦੇ ਅੰਦਰੋਂ ਬਤੀਤ ਕਰਕੇ ਤੇ ਦੁਨੀਆ ਦੇ ਅੰਦਰੋਂ ਸਾਰਿਆਂ ਨੇ ਕਰੇ ਜਾਣਾ। ਇਹ ਸੰਸਾਰ ਦੇ ਅੰਦਰ ਨਾ ਕੋਈ ਅੱਜ ਤੱਕ ਫਿਰ ਰਹਿ ਸਕਿਆ ਤੇ ਨਾ ਕੋਈ ਰਹਿ ਸਕਦਾ। ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਦੇ ਸ਼ਲੋਕ ਭੋਗ ਸਮੇਂ ਸਰਵਣ ਕੀਤੇ ਨੇ, ਉਹਨਾਂ ਨੂੰ
ਪਤਾ ਹੋਵੇਗਾ, ਉਹਨਾਂ ਨੇ ਸੁਣੇ ਹੋਣਗੇ ਸ਼ਲੋਕ, ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਫਿਰ ਸਤਿਗੁਰਾਂ ਨੇ ਨਾਲ ਲਿਖਿਆ, ਚਿੰਤਾ ਤਾਂ ਕੀ ਕੀਜੀਐ, ਜਾਣਾ ਤੇ ਸਾਰਿਆਂ ਨੇ ਹੈ, ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਇਹ ਦੁਨੀਆ ਨੂੰ, ਇਹ ਸੰਸਾਰ ਨੂੰ ਸਤਿਗੁਰੂ ਜੀ ਜੰਜਾਲ ਕਹਿੰਦੇ ਨੇ। ਕਦੋਂ ਤੱਕ? ਜਦੋਂ ਅਸੀਂ ਗੁਰੂ ਦੀ ਵਿਚਾਰ ਤੋਂ ਟੁੱਟੇ ਹੁੰਦੇ ਹਾਂ, ਜਦੋਂ ਅਸੀਂ ਗੁਰੂ ਨੂੰ ਸਮਝਿਆ ਨਹੀਂ, ਜਿੰਨੀ ਦੇਰ ਤੱਕ ਗੁਰੂ ਦੀ ਵਿਚਾਰ ਨੂੰ ਜੀਵਨ ਦਾ ਆਧਾਰ ਨਹੀਂ ਬਣਾਇਆ, ਓਨੀ ਦੇਰ ਤੱਕ ਇਹ ਸੰਸਾਰ ਸਾਡੇ ਵਾਸਤੇ ਇੱਕ ਘੂਰ ਜੰਗਲ ਹੈ। ਸਤਿਗੁਰਾਂ ਨੇ ਅੱਗ ਦਾ ਦਰਿਆ ਵੀ ਕਿਹਾ। ਕਿੰਨੀ ਦੇਰ ਤੱਕ? ਫਿਰ ਬੇਨਤੀ ਕਰਾਂ, ਜਿੰਨੀ ਦੇਰ ਤੱਕ ਅਸੀਂ ਗੁਰੂ ਨੂੰ ਆਪਣੇ ਜੀਵਨ ਦੇ ਅੰਦਰ ਪ੍ਰਕਾਸ਼ ਨਹੀਂ ਕਰ ਲੈਂਦੇ। ਜਿੱਦਣ ਗੁਰੂ ਦਾ ਲੜ ਫੜ ਲਿਆ, ਜਿੱਦਣ ਗੁਰੂ ਦੀ ਵਿਚਾਰ ਸਾਡੇ ਜੀਵਨ ਦੇ ਅੰਦਰ ਟਿਕ ਗਈ, ਫਿਰ ਸਤਿਗੁਰੂ ਜੀ ਕਹਿੰਦੇ, ਆ ਦੁਨੀਆ ਹੀ ਤੇਰੇ ਵਾਸਤੇ ਸਵਰਗ ਹੈ, ਆ ਦੁਨੀਆ ਹੀ ਤੇਰੇ ਵਾਸਤੇ ਸਵਰਗ ਹੈ। ਪਰ ਅਸੀਂ ਤੇ ਸਵਰਗ ਤੇ ਨਰਕ ਕਿਤੇ ਹੋਰ ਬਣਾਏ ਹੋਏ ਨੇ। ਸਵਰਗ ਤੇ ਨਰਕ ਅਸੀਂ ਕਿਤੇ ਹੋਰ ਬਣਾਏ ਹੋਏ ਨੇ ਵੀ ਮਨੁੱਖ ਦੀ ਸਰੀਰ ਕਰਕੇ ਮੌਤ ਹੋਣੀ ਹੈ, ਤੇ ਮੌਤ ਤੋਂ ਬਾਅਦ ਦੇ ਵਿੱਚ ਜਿਹੜੇ ਮਨੁੱਖ ਨੇ ਚੰਗੇ ਕਰਮ ਕੀਤੇ ਨੇ ਉਹ ਸਵਰਗਤ ਜਾਂਦਾ, ਮਾੜੇ ਕਰਮਾਂ ਵਾਲਾ ਜਿਹੜਾ ਉਹ ਨਰਕਤ ਜਾਂਦਾ। ਇਹ ਬਾਹਰੀ ਤੌਰ ਤੇ ਧਾਰਮਿਕ ਵਰਗ ਦੇ ਮਨੁੱਖਾਂ ਨੇ ਕਹਾਣੀਆਂ ਘੜ ਕੇ ਸਾਡੇ ਉੱਤੇ ਥੋਪੀਆਂ ਹੋਈਆਂ ਨੇ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜਾਂਗੇ ਨਾ, ਸਾਨੂੰ ਸਮਝ ਲੱਗਣੀ ਹੈ ਸਵਰਗ ਕੀ ਹੈ ਤੇ ਨਰਕ ਕੀ ਹੈ। ਆ ਦੁਨੀਆ ਦੇ ਵਿੱਚ ਹੀ ਸਾਰਾ ਕੁਝ ਹੈ। ਇੱਥੇ ਹੀ ਦੁਨੀਆ ਦੇ ਅੰਦਰ ਸਵਰਗ ਹੈ, ਇੱਥੇ ਹੀ ਨਰਕ ਹੈ। ਇਸੇ ਦੁਨੀਆ ਦੇ ਅੰਦਰ ਹੀ ਅਕਾਲ ਪੁਰਖ ਰੱਬ ਹੈ, ਇਸੇ ਦੁਨੀਆ ਦੇ ਅੰਦਰ ਹੀ ਰੱਬ ਹੈ। ਰੱਬ ਕਿਤੇ ਬਾਹਰ ਵਾਲੀ ਦੁਨੀਆ ਦੇ ਵਿੱਚ ਨਹੀਂ ਬੈਠਾ ਹੋਇਆ। ਜਦੋਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਪਾਂ ਪੜ੍ਹਦੇ ਆ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਥਾਂ ਦੇ ਉੱਤੇ ਸਤਿਗੁਰੂ ਜੀ ਕਹਿੰਦੇ, ਮੈਨੂੰ ਤਾਂ ਉਹ ਧਰਤੀ ਦਾ ਰੱਖਿਅਕ, ਧਰਤੀ ਦਾ ਪਾਲਕ, ਇੱਕੋ ਇੱਕ ਅਕਾਲ ਪੁਰਖ ਰੱਬ ਜੀ ਹੀ ਨਜ਼ਰ ਆਉਂਦਾ ਹੈ। ਉਸ ਤੋਂ ਬਿਨਾਂ ਮੈਨੂੰ ਕੋਈ ਦੂਜਾ ਦਿਖਾਈ ਦਿੰਦਾ ਹੀ ਨਹੀਂ। ਤੇ ਉਹ ਰੱਬ ਹੈ ਕਿੱਥੇ ਹੈ? ਸਤਿਗੁਰੂ ਜੀ ਕਹਿੰਦੇ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਮੇਰੇ ਹਿਰਦੇ ਅੰਦਰ ਵੀ ਬੈਠਾ ਹੈ, ਤੁਹਾਡੇ ਹਿਰਦੇ ਦੇ ਅੰਦਰ ਵੀ ਬੈਠਾ ਹੈ। ਇਸ ਤਰ੍ਹਾਂ ਕਹਿ ਲਈਏ ਕਿ ਪੂਰੀ ਕਾਇਨਾਤ ਦੇ ਵਿੱਚ ਉਹ ਰੱਬ ਜੀ ਇੱਕ ਰਸ ਸਮਾਇਆ ਹੋਇਆ। ਪੂਰੀ ਕਾਇਨਾਤ ਦੇ ਅੰਦਰ, ਭਾਵ ਜਲਾਂ ਵਿੱਚ, ਥਲਾਂ ਵਿੱਚ, ਆਕਾਸ਼ ਵਿੱਚ, ਆ ਧਰਤੀ ਦੇ ਪੜਾਅ ਦੇ ਉੱਤੇ, ਹਰ ਥਾਂ ਦੇ ਉੱਤੇ ਰੱਬ ਹੀ ਰੱਬ ਹੈ। ਜਿੱਥੇ ਮਰਜੀ ਬਹਿ ਕੇ ਬੰਦਗੀ ਕਰ ਲੋ, ਰੱਬ ਸਾਰੇ ਥਾਂ ਤੇ ਹੈ। ਪਰ ਅਸੀਂ ਤੇ ਰੱਬ ਨੂੰ ਲੱਭਣ ਤੁਰੇ ਹੋਏ ਹਾਂ। ਅਸੀਂ ਰੱਬ ਨੂੰ ਲੱਭਣ ਤੁਰੇ ਹੋਏ ਹਾਂ ਵੀ ਕਿਹੜੇ ਕਰਮ ਕਰੀਏ, ਕੀ ਕਰੀਏ ਦੁਨੀਆ ਦੇ ਅੰਦਰ ਸਾਨੂੰ ਰੱਬ ਲੱਭ ਜਾਏ। ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ, ਰੱਬ ਨਹੀਂ ਗਵਾਚਿਆ ਹੋਇਆ, ਮਨੁੱਖ ਤੂੰ ਗਵਾਚਿਆ ਹੋਇਆ। ਜਿੱਦਣ ਤੂੰ ਆਪਣੇ ਆਪ ਨੂੰ ਲੱਭ ਲਏਗਾ ਨਾ, ਰੱਬ ਤਾਂ ਤੇਰੇ ਹਿਰਦੇ ਅੰਦਰ ਬੈਠਾ ਹੋਇਆ। ਰੱਬ ਕਿਤੇ ਬਾਹਰ ਨਹੀਂ, ਰੱਬ ਤੇਰੇ ਹਿਰਦੇ ਅੰਦਰ ਹੈ। ਆਪਣੇ ਆਪ ਨੂੰ ਲੱਭ, ਤੂੰ ਆਪ ਗਵਾਚਿਆ ਹੋਇਆ। ਜਿੱਦਣ ਆਪਣੇ ਆਪ ਨੂੰ ਲੱਭ ਲਏਗਾ, ਰੱਬ ਲੱਭਣਾ ਤੈਨੂੰ ਔਖਾ ਨਹੀਂ ਹੋਣਾ। ਇਹ ਤੇਰਾ ਮਨ ਹੀ ਘੋਰ ਜੰਗਲ ਬਣਿਆ ਪਿਆ, ਇਹ ਜੰਗਲ ਨੂੰ ਫਰੋਲ। ਬਾਬਾ ਫਰੀਦ ਜੀ ਦੇ ਬਚਨ ਪੜ੍ਹਦੇ ਆ ਬਾਣੀ ਦੇ ਅੰਦਰ, ਫਰੀਦਾ ਜੰਗਲ ਜੰਗਲ ਕਿਆ ਭਮੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਰੱਬ ਤੇਰੇ ਹਿਰਦੇ ਅੰਦਰ ਹੈ, ਰੱਬ ਕਿਤੇ ਬਾਹਰ ਨਹੀਂ। ਜੇ ਬਾਹਰੋਂ ਲੱਭਣ ਜਾਵਾਂਗੇ ਤੇ ਕੇਵਲ ਦੁੱਖ ਲੱਭਣੇ ਨੇ, ਜੇ ਹਿਰਦਾ ਫਰੋਲਾਂਗੇ ਤੇ ਰੱਬ ਲੱਭਣਾ। ਆਪਣਾ ਮਨ ਫੋਲਾਂਗੇ, ਇੱਥੋਂ ਹੀ ਰੱਬ ਲੱਭ ਜਾਣਾ। ਬਾਬਾ ਸ਼ੇਖ ਫਰੀਦ ਜੀ ਅੱਜ ਵਾਲੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਕਹਿੰਦੇ, ਹੇ ਮਨੁੱਖ, ਹੇ ਸ਼ੇਖ ਫਰੀਦ, ਆ ਜਿਹੜਾ ਮਨੁੱਖਾ ਜੀਵਨ ਦਾ ਸਮਾਂ ਹੈ ਨਾ, ਇਹ ਤੈਨੂੰ ਇਸ ਕਰਕੇ ਮਿਲਿਆ ਕਿ ਇਸ ਜੀਵਨ ਦੇ ਅੰਦਰ ਰਹਿੰਦਿਆਂ ਰਹਿੰਦਿਆਂ ਤੂੰ ਰੱਬ ਜੀ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ, ਰੱਬ ਜੀ ਨੂੰ ਹਿਰਦੇ ਅੰਦਰ ਵਸਾ ਕੇ ਤੇ ਤੂੰ ਸੱਚਖੰਡ ਦਾ ਵਾਸੀ ਬਣ ਸਕੇ।
तू सचखंड दा वासी बन सके। फिर बेनती करा, असी सचखंड भी कोई होर बनाया होया वखरा, बाणी वाला सचखंड नहीं असी मनते भी जेड़ा जेड़ा सचखंड गुरु साहब की बाणी कहती है ना, सतगुरां दी बाणी का जो पंज खंड गुरु नानक साहब महाराज जी दे पढ़दे जपजी साहब जी की पावन बाणी आंदा। सतगुरु जी कहते सचखंड वसै निरंकार, सचखंड वसै निरंकार। जो इदा समझ लवांगे ना भी सचखंड दे विच निरंकार भाव अकाल पुरख दा वास है, सचखंड दे विच अकाल पुरख वसदा है। फिर इदा सोचांगे अगे भी अकाल पुरख जिहड़ा सचखंड दे विच वसदा है वो जीवत है कि जां ओदी मौत होई हुई है। जिहड़े सचखंड दे विच अकाल पुरख वस रहा है वो सचखंड विच रहन वाला अकाल पुरख जीवत है कि ओदी मौत होई हुई है। ते एक जवाब मिलेगा बाणी दे विचों कि सचखंड दे विच रहन वाला अकाल पुरख निरंकार जिन्हों गुरु नानक साहब महाराज जी कहते अजूनी सहपा, वो जोना दे विच नहीं आउंदा, भाव वो जन्म लैके दुनिया विच नहीं आउंदा ते मर के दुनिया तो जाता नहीं। वो सारी दुनिया नूं पैदा करने वाला है ते सारी दुनिया की मौत भी करने वाला है। पर उस रब जी की ना अपनी मौत है ते ना उहदा कोई जन्म है। इहदा अर्थ होएगा कि सचखंड दा वासी जिहड़ा रब जी है वो बिल्कुल जीवत है। हुण सतगुरां दी पावन बाणियों ही कहती, मैं सारे शब्द पढ़न लग पिया ते समा बड़ा लग जाना। सतगुरां दी पावन बाणियों ही सानू समझ आउंदी है कि भाई जिउंदे मनुख नूं जिउंदा मिलदा है, उड़दे नूं उड़दा मिलदा, समझी जाओ नाल नाल। फिर जीवत नूं जीवत मिलदा, मरे होए नूं जीवत नहीं मिलदा। एक पावन बाणी दा वचन कहदे हैं, मुए हुए जो मुकत दे होगे, मुकत न जाने कोयला। हे रब जी जे तू मैनू मुकत करन लग्या, मेरे ते तरुठिया ना, मैनू जिउंदे जी मुकत कर दे, मरन तो बाद ते मैं सड़ के कोला हो जाना है। मैनू की पता तू कोलियां नूं मुकत कीता है कि नहीं कीता। वक्री विचार बन जानी है ना। आपां सोचते हाँ कि जदों मनुख दुनिया तो शरीर करके मर के चला गया ते बाद दे विच असीं कहते हैं पाठ करा दईए ओदी मुक्ति दे वास्ते। बहुती बारी इदां कहने आपां ओदी मुक्ति वास्ते पाठ करा दईए। बाकी धर्म कहंदे फलाने थां ते जाइए उत्थे मुक्ति दा घर बनिया होया है, उत्थे जाके अपने बापू की मुक्ति करा के आउंदे आ। जेड़ी पावन बाणी मुक्ति दस रही है वो मुक्ति मैं अपनी मुक्ति आप करनी है। मैं दुनिया तो चला जावां। आ जेड़े धन श्री अखंड पाठ साहब करवाने हैं ना, ये कोई शक नहीं कि धन गुरु ग्रंथ साहब महाराज जी की पावन बाणी सानू मुक्त नहीं करती, कोई शक नहीं। करदी कदों है? इसे शरीर दे विच रहिंदियां रहिंदियां। मैं बाणी पढ़ पढ़ के अपनी मुक्ति आप करनी है। जे मैं अपनी मुक्ति आप ना कर सकिया, दुनिया दे विच कोई ऐसा नहीं पैदा होया जिहड़ा मेरी मुक्ति करा सके। फिर ते मुक्ति है, फिर ते जिन्ने दुनिया विच जीव आए हैं आपां सारियां ने मुक्त हो जाना सी। जे आ मुक्ति हुंदी फिर कोई शराब पीवे, कोई नशे करे, कोई विकार भोगे, जो मर्जी करे, बाकी परिवार ने अरदासां कर ही देनियां, वो तो मुक्ति हो ही जानी है। पर धन गुरु ग्रंथ साहब महाराज जी की पावन बाणी ये मुक्ति नहीं कहती। मैं अपनी मुक्ति आप करनी है। कदों करनी है? इस शरीर विच रहिंदियां रहिंदियां। जदों शरीर नहीं है फिर मुक्ति भी नहीं है। जदों शरीर नहीं, धन गुरु ग्रंथ साहब महाराज जी की पावन बाणी का फैसला है। दो चीज़ों का समेल है आ मनुखा जीवन। एक तो आ शरीर है जिहड़ा सारिਆਂ ਨੂੰ दिस रहा, एक ਇਹਦੇ ਵਿੱਚ बैठी हुई रब जी की ताकत है जिहड़ी आ बोल रही है, जिहड़ी आ सुन रही है, जिहड़ी बैठी हुई है, जिन्हों आपां सौखा विचार लिए, जिन्हों आपां जीव आत्मा कह देने। बाणी ने उन्होंने कहा रब जी ने अपनी अंश रखी हुई है। रब जी ने अपना एक किणका हरेक शरीर दे विच टकाया होया ते ओ जिहड़ी रब जी की ताकत रखी हुई है शरीर नूं लई फिरदी है, शरीर नूं लई फिरदी है। तुसीं विचार के देखियो, सारे गृहस्थी बैठे आ, जदों किसे घर दे विच किसे भी मनुख की मौत हुंदी है, कोई शरीर दा अंग नहीं घटदा,
ਸਰੀਰ ਦਾ ਅੰਗ ਤੇ ਨਹੀਂ ਘਟਦਾ ਕੋਈ, ਸਰੀਰ ਦੇ ਅੰਗ ਤੇ ਸਾਰੇ ਨੇ, ਅੱਖਾਂ ਵੀ ਉਹੀ ਨੇ, ਹੱਥ ਵੀ ਉਹੀ ਹੈ, ਕੰਨ ਵੀ ਉਹੀ ਹੈ, ਜ਼ਬਾਨ ਵੀ ਉਹੀ ਹੈ, ਸਾਰਾ ਕੁਝ ਉਹੀ ਹੈ। ਪਰ ਹੋਇਆ ਕੀ? ਨਾ ਅੱਖਾਂ ਦੇਖ ਰਹੀਆਂ, ਨਾ ਕੰਨ ਸੁਣ ਰਹੇ ਨੇ, ਨਾ ਜਿਹਵਾ ਬੋਲ ਰਹੀ ਹੈ, ਨਾ ਹੱਥ ਪੈਰ ਕੋਈ ਹਰਕਤ ਕਰ ਰਹੇ ਨੇ। ਇਹਦਾ ਅਰਥ ਹੈ ਰੱਬ ਜੀ ਨੇ ਜਿਹੜੀ ਤਾਕਤ ਆਪਣੀ ਰੱਖੀ ਹੋਈ ਸੀ ਨਾ, ਉਹ ਕੱਢ ਲਈ, ਜਿਹਨੂੰ ਆਪਾਂ ਜੀਵ ਆਤਮਾ ਕਹਿੰਦੇ ਆ। ਜੀਵ ਆਤਮਾ ਜਿਹੜਾ ਆਤਮਾ ਕਦੇ ਨਹੀਂ ਮਰਦਾ, ਉਹਦੀ ਕਦੇ ਮੌਤ ਨਹੀਂ। ਹਾਂ, ਸਰੀਰ ਜਿਉਂਦਿਆਂ ਜਿਉਂਦਿਆਂ ਆਤਮਾ ਕਰਕੇ ਮਨੁੱਖ ਪਤਾ ਨਹੀਂ ਕਿੰਨੀ ਕੁ ਵਾਰੀ ਦੁਨੀਆ ਦੇ ਵਿੱਚ ਮਰਦਾ। ਇੱਕ ਦਿਨ ਦੇ ਵਿੱਚ ਹੀ ਪਤਾ ਨਹੀਂ ਕਿੰਨੀ ਕੁ ਵਾਰੀ ਆਤਮਾ ਕਰਕੇ ਮਰਦਾ ਤੇ ਕਿੰਨੀ ਵਾਰੀ ਜਿਉਂਦਾ ਹੁੰਦਾ। ਭਾਵ ਜਦੋਂ ਰੱਬ ਨੂੰ ਧਿਆਉਂਦਾ ਹੈ, ਰੱਬ ਚੇਤੇ ਆਉਂਦਾ ਤੇ ਆਤਮਾ ਜਿਉਂਦੀ ਹੈ। ਕਿਉਂਕਿ ਜਿੱਦਾਂ ਸਰੀਰ ਦੀ ਖੁਰਾਕ ਬਾਹਰ ਦੇ ਭੋਜਨ ਨੇ ਨਾ, ਜੇ ਭੋਜਨ ਨਾ ਦਿਆਂਗੇ ਸਰੀਰ ਨੂੰ, ਕਿੰਨੀ ਕੁ ਦੇਰ ਤੱਕ ਸਰੀਰ ਜੀਵਤ ਰਹਿ ਸਕਦਾ। ਇਸੇ ਤਰ੍ਹਾਂ ਆਤਮਾ ਦੀ ਖੁਰਾਕ ਰੱਬ ਜੀ ਦਾ ਨਾਮ ਹੈ, ਗੁਰੂ ਦੀ ਵਿਚਾਰ ਹੈ। ਜੇ ਨਹੀਂ ਦਿੰਦੇ ਤੇ ਆਤਮਾ ਸਾਡੀ ਮਰ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ। ਤੇ ਜਿੱਦਣ ਇਹਨਾਂ ਦੋਨਾਂ ਦਾ ਵਿਛੋੜਾ ਪੈਂਦਾ ਨਾ, ਉਦੋਂ ਹੁੰਦਾ ਸਰੀਰ ਦੀ ਮੌਤ ਹੋ ਜਾਂਦੀ ਹੈ। ਭਾਵ ਦੋਨਾਂ ਚੀਜ਼ਾਂ ਦਾ ਸੁਮੇਲ ਮਨੁੱਖਾ ਜੀਵਨ ਹੈ, ਤੇ ਜਦੋਂ ਇਹਨਾਂ ਦੋਨਾਂ ਦਾ ਵਿਛੋੜਾ ਪੈ ਜਾਂਦਾ, ਸਰੀਰ ਦੀ ਮੌਤ ਹੋ ਜਾਂਦੀ ਹੈ। ਸਤਿਗੁਰੂ ਜੀ ਪਾਵਨ ਬਾਣੀ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਤੀਚਰ ਵਸੈ ਸੁਹੇਲੜੀ, ਜੀਚਰ ਸਾਥੀ ਨਾਲ, ਜਾਂ ਉਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਇਸ ਸਰੀਰ ਨੂੰ ਕਿਹਾ ਜਾ ਰਿਹਾ, ਹੇ ਕਾਇਆ, ਹੇ ਸਰੀਰ, ਤੂੰ ਓਨੀ ਦੇਰ ਤੱਕ ਦੁਨੀਆ ਦੇ ਅੰਦਰ ਬੜੇ ਸੋਹਣੇ ਤਰੀਕੇ ਨਾਲ ਸੁੱਖ ਭੋਗਦਾ ਹੈ। ਕਦੋਂ ਤੱਕ? ਜੀਚਰ ਸਾਥੀ ਨਾਲ, ਜਿੰਨੀ ਦੇਰ ਤੱਕ ਤੇਰਾ ਸਾਥੀ ਜੀਵ ਆਤਮਾ ਤੇਰੇ ਨਾਲ ਹੈ। ਜਾਂ ਉੱਠੀ ਚਲਸੀ ਕੰਤੜਾ, ਤਾਂ ਧਨ ਖਾਕੂ ਰਾਲ, ਜਦੋਂ ਤੇਰਾ ਸਾਥੀ, ਤੇਰਾ ਕੰਤ, ਤੇਰਾ ਪਤੀ ਜੀਵ ਆਤਮਾ ਤੈਨੂੰ ਛੱਡ ਕੇ ਚਲਾ ਜਾਂਦਾ ਹੈ, ਹੇ ਕਾਇਆ ਤੂੰ ਮਿੱਟੀ ਵਿੱਚ ਰੁੜ ਜਾਂਦੀ ਹੈ। ਅਸੀਂ ਆਪਣੇ ਧਰਮ ਦੇ ਮੁਤਾਬਕ ਅਗਨ ਭੇਟ ਕਰ ਦਿੰਦੇ ਹਾਂ। ਮੁਸਲਮਾਨ ਵੀਰ ਜਿਹੜੇ ਨੇ ਉਹ ਮਿੱਟੀ ਵਿੱਚ ਦਫਨਾ ਦਿੰਦੇ ਨੇ, ਕੋਈ ਪਾਣੀ ਵਿੱਚ ਰੁੜ ਦਿੰਦਾ, ਬਾਅਦ ਵਿੱਚ ਤੇ ਆਗ ਬੁਝੀ ਹੈ। ਬਾਬਾ ਫਰੀਦ ਜੀ ਕਹਿੰਦੇ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਮੁਸਲਮਾਨ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਵੇਂ ਦੀ ਵਿਚਾਰ ਜਿਹੜੀ ਹੈ ਉਹ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਹੇ ਸ਼ੇਖ ਫਰੀਦ, ਇਹ ਦੁਨੀਆ ਦੇ ਅੰਦਰ ਆਇਆ ਪਿਆਰੇ ਅੱਲਾ ਲੱਗੇ, ਹੇ ਮੇਰੇ ਮਨ, ਮੇਰੇ ਪਿਆਰੇ ਮਨ, ਰੱਬ ਦੀ ਵਿਚਾਰ ਨੂੰ, ਗੁਰੂ ਦੀ ਵਿਚਾਰ ਨੂੰ ਜੀਵਨ ਦਾ ਆਧਾਰ ਬਣਾ ਲੈ। ਜੇ ਨਾ ਬਣਾਇਆ ਤੇ ਕੀ ਹੋਵੇਗਾ? ਇਹ ਜਿਹੜਾ ਤਨ ਹੈ ਨਾ, ਜਿਹੜੇ ਸਰੀਰ ਦਾ ਬੜਾ ਮਾਣ ਕਰਦੇ ਨੇ, ਜਿਹੜੇ ਸਰੀਰ ਦਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਗੋਇਲ ਆਇਆ ਗੋਇਲ ਦੀ ਕਿਆਤ ਸਿਦਫ ਵਸਾਰ, ਮੋਹਨਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਕਿਆ ਥੋੜੜੀ ਬਾਤ ਗੁਮਾਨ, ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਇੱਕ ਛੋਟੀ ਜਿਹੀ ਗੱਲ ਦਾ ਹੰਕਾਰ ਕਰੀ ਜਾ ਰਿਹਾ ਹੈ ਕਿ ਮੇਰੇ ਕੋਲ ਮਨੁੱਖਾ ਸਰੀਰ ਹੈ, ਮੈਂ ਜੋ ਚਾਹਾਂ ਕਰ ਸਕਦਾ। ਤੇ ਜਦੋਂ ਰੱਬ ਨੂੰ ਜਪਣ ਦੀ ਵਾਰੀ ਆਉਂਦੀ ਹੈ, ਫਿਰ ਆਪਾਂ ਕਹਿੰਦੇ ਆ ਅਜੇ ਬਚਪਨ ਹੈ, ਅਜੇ ਬਚਪਨ ਹੈ, ਬੱਚਿਆਂ ਨੂੰ ਇਹ ਪਾਸੇ ਨਹੀਂ ਤੋਰਨਾ, ਬਚਪਨ ਦੇ ਰੰਗ ਦੇਖ ਲੈਣ ਦੋ, ਖੇਡ ਮੱਲ ਲੈਣ ਦੋ। ਫਿਰ ਜਵਾਨੀ ਆਉਂਦੀ ਹੈ, ਜਵਾਨੀ ਵਿੱਚ ਫਿਰ ਮਨੁੱਖ ਕਹਿੰਦਾ ਭਈ ਹੁਣ ਜਵਾਨੀ ਦੇ ਰੰਗ ਮਾਰ ਲਵਾਂ। ਕਿਤੇ ਰੱਬ ਦੀ ਵਾਰੀ ਤਾਂ ਬਾਅਦ ਵਿੱਚ ਆਉਂਦੀ ਹੈ, ਜਦੋਂ ਬੁਢੇਪਾ ਆ ਜਾਂਦਾ, ਜਦੋਂ ਬੁਢੇਪਾ ਆ ਜਾਂਦਾ। ਫਿਰ ਸਤਿਗੁਰੂ ਜੀ ਕਹਿੰਦੇ, ਜੇ ਬਚਪਨ ਵੀ ਤੇਰਾ ਲੰਘ ਗਿਆ, ਜਵਾਨੀ ਵੀ ਲੰਘ ਗਈ, ਫਿਰ ਯਾਦ ਰੱਖੀ ਬੁਢੇਪੇ ਵਿੱਚ ਜਪਿਆ ਨਹੀਂ ਜਾਣਾ। ਉਦੋਂ ਤਾਂ ਤੇਰੀ ਰਸਨਾ ਤੇ ਬਚਨ ਹੀ ਕੋਈ ਸ਼ੁੱਧ ਨਹੀਂ ਬੋਲਣਾ। ਉਦੋਂ ਨਾ ਤੈਨੂੰ ਅੱਖਾਂ ਤੋਂ ਦਿਸਣਾ ਹੈ, ਨਾ ਤੈਨੂੰ ਕੰਨਾਂ ਤੋਂ ਸੁਣਨਾ ਹੈ। ਉਦੋਂ ਰੱਬ ਨੂੰ ਜਪਣ ਦਾ ਯਤਨ ਕਰੇਗਾ, ਨਹੀਂ ਜਪਿਆ ਜਾਣਾ। ਕਦੋਂ ਜਪਣਾ ਹੈ? ਗੱਗਾ ਗੋਬਿੰਦ ਗੁਣ ਰਹੋ, ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇ ਕਾ ਬਿਲਮ ਨ ਕਰਿਓ ਮੀਤ, ਨਾ ਬਾਰਕ ਨ ਜੋਬਨੇ, ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁਝੀਐ, ਜੋ ਆਏ ਪਰੈ ਜਮ ਫੰਦ। ਸਤਿਗੁਰੂ ਜੀ ਕਹਿੰਦੇ ਰੱਬ ਨੂੰ ਕਦੋਂ ਜਪਣਾ? ਮੌਤ ਆਉਣ ਤੋਂ ਪਹਿਲਾਂ। ਜਿੱਦਣ ਮੌਤ ਆ ਗਈ ਉਸ ਤੋਂ ਬਾਅਦ ਵਿੱਚ ਕੁਛ ਵੀ ਨਹੀਂ, ਖੇਡ ਖਤਮ ਹੈ।
ਮੌਤ ਕਦੋਂ ਆਉਣੀ ਹੈ। ਮੌਤ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਕਦੋਂ ਆਉਣੀ ਹੈ ਮੌਤ। ਸਤਿਗੁਰੂ ਜੀ ਕਹਿੰਦੇ ਦੁਨੀਆ ਅੰਦਰ ਝਾਤ ਮਾਰ ਕੇ ਦੇਖੋ, ਕਿੰਨੇ ਐਸੇ ਜੀਵ ਜਿਹੜੇ ਦੁਨੀਆ ਦੇ ਵਿੱਚ ਤਾਂ ਆਏ, ਬਚਪਨ ਵੀ ਆਪਣਾ ਚੰਗੀ ਤਰ੍ਹਾਂ ਬਤੀਤ ਨਾ ਕਰ ਸਕੇ, ਨਾ ਮਾਣ ਸਕੇ, ਸਵਾਸਾਂ ਦੀ ਲੜੀ ਖਤਮ ਹੋਈ ਤੇ ਦੁਨੀਆ ਤੋਂ ਚਲੇ ਗਏ। ਬਚਪਨ ਦੀ ਅਵਸਥਾ ਵਿੱਚ ਕਿੰਨੇ ਚਲੇ ਗਏ। ਕਿੰਨੇ ਐਸੇ ਮਾਪੇ ਦੁਨੀਆ ਦੇ ਅੰਦਰ, ਕਿੰਨੇ ਪਿਤਾ ਦੁਨੀਆ ਦੇ ਅੰਦਰ ਐਸੇ ਜਿਨ੍ਹਾਂ ਨੇ ਆਪਣੇ ਨੌਜਵਾਨ ਪੁੱਤਰਾਂ ਦੀਆਂ ਅਰਥੀਆਂ ਆਪਣੇ ਮੋਢਿਆਂ ਤੇ ਚੁੱਕ ਕੇ ਆਪਣੇ ਹੱਥਾਂ ਦੇ ਨਾਲ ਸੰਸਕਾਰ ਕਰਕੇ ਆਏ। ਫਿਰ ਬੁਢੇਪਾ ਦੇ ਕਿਸੇ ਦਾ ਖਾਲੀ ਜਾਣਾ ਨਹੀਂ, ਬੁਢੇਪੇ ਵਿੱਚ ਤੇ ਮੌਤ ਆਉਣੀ ਆਉਣੀ। ਇਸ ਕਰਕੇ ਰੱਬ ਨੂੰ ਕਦੋਂ ਜਪਣਾ ਹੈ? ਪਹਿਲੇ ਸਵਾਸ ਤੋਂ ਲੈ ਕੇ ਜਿੱਦਣ ਤੂੰ ਦੁਨੀਆ ਦੇ ਵਿੱਚ ਆਇਆ, ਕਿਉਂਕਿ ਮਨੁੱਖਾ ਜੀਵਨ ਦਾ ਕੰਮ ਹੀ ਆ ਜਿਹੜਾ ਮਨੁੱਖਾ ਜੀਵਨ ਸਾਨੂੰ ਮਿਲਿਆ ਨਾ, ਇਹਦਾ ਕੰਮ ਹੀ ਹੈ, ਮਿਲਿਆ ਇਸ ਕਰਕੇ ਹੈ ਕਿ ਸਰੀਰ ਵਿੱਚ ਰਹਿੰਦਿਆਂ ਰੱਬ ਨੂੰ ਪਾ ਸਕੀਏ। ਅਸੀਂ ਕਈ ਵਾਰੀ ਸੋਚਦੇ ਹਾਂ ਵੀ ਪਤਾ ਨਹੀਂ ਪਹਿਲੀ ਵਾਰੀ ਜੀਵਨ ਲੈ ਕੇ ਦੁਨੀਆ ਅੰਦਰ ਆਏ ਆ। ਬਾਣੀ ਕਹਿੰਦੀ ਨਾ, ਇਹ ਭੁਲੇਖੇ 'ਚ ਨਾ ਰਹੀ। 84 ਲੱਖ ਜੋਨ ਭੁਗਤਣ ਤੋਂ ਬਾਅਦ ਤੈਨੂੰ ਮਨੁੱਖਾ ਜੀਵਨ ਮਿਲਿਆ, ਤੇ ਮਰਨ ਤੋਂ ਬਾਅਦ ਦੋ ਹੀ ਅਵਸਥਾ ਨੇ ਮਨੁੱਖਾ ਜੀਵਨ ਦੇ ਬਾਅਦ। ਜਦੋਂ ਮਨੁੱਖ ਦੀ ਮੌਤ ਹੋ ਜਾਂਦੀ, ਦੋ ਅਵਸਥਾ ਨੇ। ਜੇ ਤੇ ਦੁਨੀਆ ਦੇ ਅੰਦਰ ਰੱਬ ਨੂੰ ਜੀਵਨ ਦੇ ਅੰਦਰ ਵਸਾਲਿਆ ਤੇ ਉਹ ਦੁਨੀਆ ਦੇ ਅੰਦਰੋਂ ਮੁਕਤ ਹੋ ਗਿਆ, ਫਿਰ ਜਨਮ ਤੇ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਉਹ ਰੱਬ ਦੇ ਵਿੱਚ ਅਭੇਦ ਹੋ ਜਾਂਦਾ। ਤੇ ਜੇ ਰੱਬ ਨੂੰ ਨਹੀਂ ਪਾ ਸਕਿਆ, ਫਿਰ 84 ਲੱਖ ਜੂਨ ਦਾ ਗੇੜ ਹੈ। ਹੁਣ ਹਿਸਾਬ ਲਾ ਲਿਓ, ਇੱਕ ਜੂਨ ਦੇ ਵਿੱਚ ਕਿੰਨੀ ਉਮਰ ਹੈ, ਕਿੰਨਾ ਵੱਡਾ ਗੇੜਾ ਹੈ। ਕਈ ਲੱਖਾਂ ਸਾਲ ਬਤੀਤ ਹੋ ਜਾਣੇ ਨੇ 84 ਲੱਖ ਜੂਨ ਪਹੁੰਚਦਿਆਂ ਤੋਂ। ਸਤਿਗੁਰੂ ਜੀ ਕਹਿੰਦੇ ਪਾਵਨ ਬਾਣੀ ਅੰਦਰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਏ ਦੇ ਸੰਜਰੀਆ। ਸਤਿਗੁਰੂ ਜੀ ਕਹਿੰਦੇ ਆ ਮਨੁੱਖਾ ਜੀਵਨ ਜਿਹੜਾ ਨਾ ਰੱਬ ਦੀ ਬੰਦਗੀ ਕਰਨ ਵਾਸਤੇ ਮਿਲਿਆ। ਇਹ ਰੱਬ ਦੀ ਬੰਦਗੀ ਕਰ ਲੈ, ਸਮਝ ਪਤਾ ਕਦੋਂ ਆਉਣੀ ਹੈ? ਵੈਸੇ ਤੇ ਪਹਿਲੇ ਦਿਨ ਤੋਂ ਹੀ ਸਾਨੂੰ ਸਮਝ ਆ ਜਾਣੀ ਹੈ। ਜਿੱਦਣ ਸਾਨੂੰ, ਚਲੋ ਅਸੀਂ ਦੁਨੀਆ ਦੇ ਅੰਦਰ ਆਏ ਆ, ਨਹੀਂ ਸਮਝ ਲੱਗੀ, ਜਿੱਦਣ ਸਾਡੇ ਘਰ ਕੋਈ ਧੀ, ਕੋਈ ਪੁੱਤਰ, ਕਿਸੇ ਦਾ ਪੋਤਰਾ, ਕੋਈ ਪੋਤਰੀ ਜਨਮ ਲੈਂਦੀ ਹੈ ਨਾ, ਉਦਣ ਉਹ ਦਿਨ ਨੂੰ ਵਿਚਾਰ ਲਈਏ, ਜਨਮ ਵਾਲੇ ਦਿਨ ਨੂੰ ਵਿਚਾਰ ਲਈਏ, ਸਾਨੂੰ ਸਮਝ ਲੱਗ ਜਾਏਗੀ ਕਿ ਦੁਨੀਆ ਦੇ ਅੰਦਰ ਸਾਡਾ ਆਉਣਾ ਕੀ ਹੈ, ਦੁਨੀਆ ਅੰਦਰ ਸਾਡਾ ਆਉਣਾ ਕੀ ਹੈ। ਅਕਸਰ ਜਦੋਂ ਜੀਵ ਦੁਨੀਆ ਦੇ ਵਿੱਚ ਜਨਮ ਲੈ ਕੇ ਆਉਂਦਾ ਹੈ, ਜਦੋਂ ਜੀਵ ਦੁਨੀਆ ਦੇ ਅੰਦਰ ਜਨਮ ਲੈ ਕੇ ਆਉਂਦਾ ਹੈ, ਆਉਂਦਿਆਂ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਕੰਮ ਕੀ ਹੈ ਭਲਾ? ਜਦੋਂ ਦੁਨੀਆ ਦੇ ਅੰਦਰ ਆਇਦਾ, ਦੁਨੀਆ ਦੇ ਅੰਦਰ ਆਇਆ ਜਨਮ ਲੈ ਕੇ, ਸਾਰੇ ਗ੍ਰਸਤੀ ਬੈਠੇ ਆ, ਜੇ ਮੈਂ ਹੁਣ ਕਿਹਾ ਫਿਰ ਤੁਹਾਨੂੰ ਚੇਤਾ ਆ ਜਾਣਾ ਕਿ ਹਾਂ, ਸਭ ਤੋਂ ਪਹਿਲਾਂ ਦੁਨੀਆ ਦੇ ਅੰਦਰ ਜਦੋਂ ਜੀਵ ਜਨਮ ਲੈ ਕੇ ਆਉਂਦਾ, ਰੋਂਦਾ। ਬੀਬੀਆਂ ਨੂੰ ਜ਼ਿਆਦਾ ਪਤਾ, ਜਦੋਂ ਬੱਚੇ ਦਾ ਜਨਮ ਹੁੰਦਾ ਦੁਨੀਆ ਦੇ ਅੰਦਰ ਤੇ ਬੱਚਾ ਰੋਂਦਾ। ਜੇ ਬੱਚਾ ਨਹੀਂ ਰੋਂਦਾ, ਅੱਜ ਦੇ ਸਮੇਂ ਡਾਕਟਰਾਂ ਦੇ ਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਬੱਚੇ ਨੂੰ ਹੋਏ ਨੂੰ 5, 7, 10 ਮਿੰਟ ਹੋ ਗਏ ਨੇ, ਬੱਚਾ ਰੋਇਆ ਹੀ ਨਹੀਂ ਅਜੇ ਤੱਕ, ਤੇ ਉਹਨੂੰ ਫਿਰ ਬੱਚੇ ਨੂੰ ਰਵਾਉਂਦੇ ਆ ਆਪਾਂ। ਧਿਆਨ ਦਿਓ, ਬੱਚੇ ਨੂੰ ਆਪਾਂ ਰਵਾਉਂਦੇ ਆ। ਉਦੋਂ ਜਦੋਂ ਬੱਚਾ ਰੋ ਪੈਂਦਾ, ਫਿਰ ਆਪਾਂ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ, ਫਲਾਣਿਆ ਤੇਰੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ। ਹੁਣ ਸਤਿਗੁਰੂ ਜੀ ਕਹਿੰਦੇ ਵੀ ਸਾਡੇ ਮੁਤਾਬਕ ਤਾਂ ਬੱਚੇ ਨੂੰ ਮਾਂ ਦੇ ਗਰਭ ਦੇ ਵਿੱਚ ਪੁੱਠਾ ਲਟਕਾਇਆ ਹੋਇਆ ਸੀ, ਤੇ ਉਹਦਾ ਜਨਮ ਦੁਨੀਆ ਦੇ ਅੰਦਰ ਹੋਇਆ। ਇਹਨੂੰ ਮਾਤਾ ਪਿਤਾ ਸਾਕ ਸੰਬੰਧੀ ਕਿੰਨੇ ਪਿਆਰ, ਬੱਚੇ ਨੂੰ ਕਿੰਨਾ ਪਿਆਰ ਕਰਦੇ ਆ, ਕਿੰਨਾ ਪਿਆਰ ਕਰਨ ਵਾਲੇ ਮਿਲੇ ਨੇ, ਪਰ ਬੱਚਾ ਰੋ ਰਿਹਾ। ਕਾਰਨ ਕੀ ਹੈ ਰੋਣ ਦਾ? ਕਹਿੰਦੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਸਾਰੇ, ਪਰ ਬੱਚੇ ਨੂੰ ਕਿਸੇ ਨੇ ਨਹੀਂ ਪੁੱਛਿਆ ਵੀ ਭਲਿਆ ਤੂੰ ਕਿਉਂ ਰੋਇਆ। ਉਹਨੂੰ ਨਹੀਂ ਕਿਸੇ ਨੇ ਪੁੱਛਿਆ ਵੀ ਤੂੰ ਕਿਉਂ ਰੋਇਆ। ਦੂਜੀ ਅਵਸਥਾ ਵੀ ਐਸੀ, ਇਹ ਵੀ ਕਹਿ ਸਕਦੇ ਵੀ ਬੱਚਾ ਹੱਸਿਆ ਨਹੀਂ, ਹੱਸਣ ਦੀ ਗੱਲ ਵੀ ਹੋ ਸਕਦੀ ਸੀ, ਪਰ ਨਹੀਂ। ਵਿਚਾਰ ਕੇ ਦੇਖਿਓ, ਇੱਕੋ ਵੇਟ ਕਰਦੇ ਆ ਕਿ ਬੱਚਾ ਰੋਇਆ ਕਿਉਂ ਨਹੀਂ। ਅੱਜ ਤੱਕ ਕਿਸੇ ਨੇ ਨਹੀਂ ਕਿਹਾ ਬੱਚਾ ਹੱਸਿਆ ਕਿਉਂ ਨਹੀਂ, ਕਿਉਂਕਿ ਦੁਨੀਆ ਦੇ ਅੰਦਰ ਆ ਕੇ ਜੀਵ ਹੱਸਿਆ ਹੀ ਨਹੀਂ ਕਦੀ। ਜੇ ਹੱਸੇ ਨੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਉਹ ਦਾਈ ਦੌਲਤਾਂ ਕਹਿੰਦੀ ਕਾਲੂ ਤੇਰੇ ਘਰ ਦੇ ਵਿੱਚ ਜਿਹੜੇ ਬੱਚੇ ਨੇ ਅੱਜ ਜਨਮ ਲਿਆ ਨਾ, ਯਾਦ ਰੱਖੀ ਮੇਰੀ ਸਾਰੀ ਉਮਰ ਬਤੀਤ ਹੋ ਗਈ ਏ, ਮੇਰੀਆਂ ਅੱਖਾਂ ਦੇ ਸਾਹਮਣੇ ਪਤਾ ਨਹੀਂ ਕਿੰਨੇ ਕੁ
ਬੱਚਿਆਂ ਨੇ ਜਨਮ ਲਿਆ ਹੈ, ਪਰ ਪਹਿਲਾ ਬੱਚਾ ਤੇਰੇ ਘਰ ਵਿੱਚ ਪੈਦਾ ਹੋਇਆ ਜਿਹੜਾ ਹੱਸਦਾ ਦੁਨੀਆ ਦੇ ਅੰਦਰ ਆਇਆ, ਰੋਇਆ ਨਹੀਂ। ਉਹ ਹੱਸਿਆ ਮੁਸਕਰਾਇਆ ਮੈਨੂੰ ਦੇਖ ਕੇ। ਹੁਣ ਜਿਹੜਾ ਰੋਣ ਦਾ ਕਾਰਨ ਸੀ, ਉਹ ਕਾਰਨ ਇੱਕ ਵੱਖਰਾ ਕਾਰਨ ਸੀ। ਜੇ ਉਹ ਦਿਲ ਨੂੰ ਆਪਾਂ ਸਮਝ ਲਈਏ ਤੇ ਸਾਨੂੰ ਸਮਝ ਲੱਗ ਸਕਦੀ ਹੈ ਕਿ ਰੱਬ ਦੀ ਬੰਦਗੀ ਕਰਨ ਵਾਸਤੇ ਦੁਨੀਆ ਵਿੱਚ ਆਏ। ਭਾਈ ਗੁਰਦਾਸ ਜੀ ਦੀ ਬਾਤ ਹੈ, ਉਹ ਬਖਸ਼ੀ ਕਰਦੇ ਆ। ਰੂਵੇ ਰਤਨ ਗਵਾਏ ਕੈ ਮਾਇਆ ਮੋਹ ਅੰਧ ਗੁਬਾਰਾ। ਕਹਿੰਦੇ ਉਹ ਰੋ ਰਿਹਾ, ਰੋਣ ਦਾ ਕਾਰਨ ਇਹ ਹੈ ਕਿ ਉਹਨੇ ਬੜਾ ਕੀਮਤੀ ਰਤਨ ਗਵਾ ਦਿੱਤਾ। ਦੁਨੀਆ ਦੇ ਅੰਦਰ ਮੰਨ ਲਓ ਰੱਬ ਕਿਰਪਾ ਕਰੇ ਸਾਰੇ ਹੀ ਦੌਲਤਮੰਦ ਹੋਣ, ਕਿਸੇ ਮਨੁੱਖ ਕੋਲ ਅੱਤ ਦੀਆਂ ਦੌਲਤਾਂ ਹੋਣ ਤੇ ਸਾਰੀਆਂ ਹੀ ਖੋਈਆਂ ਜਾਣ, ਕੀ ਹਾਲਤ ਹੁੰਦੀ ਹੈ ਉਹਦੀ। ਅਜੇ ਬਾਹਰ ਵਾਲੀ ਗੱਲ ਕਰ ਰਹੇ ਹਾਂ, ਮਨ ਦੀ ਤਾਂ ਖੇਡ ਹੀ ਵੱਖਰੀ ਹੈ। ਜਿਹੜਾ ਉਹਨੂੰ ਦੁੱਖ ਹੈ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਰੋਵੇ ਰਤਨ ਗਵਾਏ। ਕਿਹੜਾ ਰਤਨ ਗਵਾਇਆ? ਰੱਬ ਨੂੰ ਗਵਾ ਬੈਠਾ। ਮਾਂ ਦੇ ਗਰਭ ਦੇ ਵਿੱਚ ਲਿਵ ਅਕਾਲ ਪੁਰਖ ਦੇ ਨਾਲ ਜੁੜੀ ਹੋਈ ਸੀ। ਜਦੋਂ ਦੁਨੀਆ ਦੇ ਅੰਦਰ ਆਇਆ, ਜਦੋਂ ਕਿਸੇ ਮਨੁੱਖ ਦੀ ਸੁਰਤ ਨਿਰਮਲ ਹੁੰਦੀ ਹੈ ਨਾ, ਗੁਰੂ ਨਾਨਕ ਸਾਹਿਬ ਦੀ ਸੁਰਤ ਨਿਰਮਲ ਹੈ ਤੇ ਧਿਆਨ ਮਾਰ ਕੇ ਦੇਖਦੇ ਨੇ ਦੁਨੀਆ ਦੇ ਅੰਦਰ ਤੇ ਸਾਰੀ ਪ੍ਰਿਥਵੀ ਜਿਹੜੀ ਹੈ ਜਲਦੀ ਹੋਈ ਨਜ਼ਰ ਆਉਂਦੀ ਹੈ। ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਮਚ ਰਹੇ ਨੇ। ਜਦੋਂ ਜੀਵ ਦੁਨੀਆ ਦੇ ਅੰਦਰ ਪੈਦਾ ਹੁੰਦਾ ਹੈ, ਉਸ ਵੇਲੇ ਉਹਦੀ ਬਿਰਤੀ, ਉਹਦੀ ਸੁਰਤ ਬਿਲਕੁਲ ਨਿਰਮਲ ਹੈ। ਉਹਨੂੰ ਦੁਨੀਆ ਅੰਦਰ ਸਾਰਾ ਕੁਝ ਦਿਖਦਾ ਕਿ ਕਿਵੇਂ ਤ੍ਰਿਸ਼ਨਾ ਦੇ ਭਾਂਬੜ ਮਚ ਰਹੇ ਨੇ, ਕਿਵੇਂ ਮੇਰਾ ਮਾਤਾ ਪਿਤਾ ਤ੍ਰਿਸ਼ਨਾ ਦੇ ਵਿੱਚ ਗਰਸਿਆ ਹੋਇਆ। ਸਾਰੀ ਦੁਨੀਆ ਦਾ ਹੀ ਆਹ ਹਾਲ ਹੈ। ਵੱਡੇ ਵੱਡੇ ਅੱਗ ਦੇ ਭਾਂਬੜ ਮਚਦੇ ਦਿਖਾਈ ਆਉਂਦੇ ਨੇ। ਇਹ ਦੇਖ ਦੇਖ ਕੇ ਰੋਂਦਾ, ਕਹਿੰਦਾ ਰੱਬਾ ਇਹ ਕਿਹੜੀ ਕਲਾ ਭਰੀ ਦੁਨੀਆ ਦੇ ਵਿੱਚ ਭੇਜ ਦਿੱਤਾ ਹੀ। ਧਿਆਨ ਦਿਓ, ਦੁਨੀਆ ਵਿੱਚ ਆ ਕੇ ਸਭ ਤੋਂ ਪਹਿਲਾਂ ਰੱਬ ਜੀ ਕਿਹੜੀ ਕਲਾ ਭਰੀ ਦੁਨੀਆ ਦੇ ਵਿੱਚ ਭੇਜ ਦਿੱਤਾ ਹੀ। ਰੱਬ ਜੀ ਪਤਾ ਜੀ ਕਹਿੰਦੇ ਥੋੜਾ ਜਿਹਾ ਗਾਂਹ ਹੋ ਕੇ ਦੇਖ। ਹੁਣ ਤੇ ਤੈਨੂੰ ਲੱਗ ਰਿਹਾ ਨਾ ਕਿ ਦੁਨੀਆ ਇਹ ਬੜੀ ਕਲਾ ਭਰੀ ਹੈ, ਥੋੜਾ ਜਿਹਾ ਗਾਂਹ ਹੋ ਕੇ ਦੇਖ, ਤੇਰਾ ਇਸ ਦੁਨੀਆ ਨੂੰ ਛੱਡਣ ਦਾ ਚਿੱਤ ਨਹੀਂ ਕਰਨਾ। ਥੋੜਾ ਜਿਹਾ ਗਾਂਹ ਹੋ ਕੇ ਦੇਖ। ਭਾਈ ਗੁਰਦਾਸ ਜੀ ਕਹਿੰਦੇ ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਵਾਰਾ। ਦੇਣ ਵਧਾਈਆਂ ਸਭਨਾ ਮਨ ਵਧਾਈਆਂ, ਸਭਨਾ ਮਨ ਵਧਾਈਆਂ। ਰੁਣ ਚੁੰਨੜਾ ਰੁਣ ਚੁਣਕਾਰਾ, ਨਾਨਕ ਦਾਦਕ ਸੋਹਲੇ। ਦੇਣ ਵਧਾਈਆਂ ਵਿਆਹ ਬਾਲ ਪਿਆਰਾ। ਨਾਨਕੇ ਦਾਦਕੇ ਸਾਰੇ ਇਕੱਠੇ ਹੋਏ ਹੁੰਦੇ ਨੇ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ ਤੇ ਨਾਲੇ ਕਹਿੰਦੇ ਆ ਬਾਲਕ ਬੜਾ ਪਿਆਰਾ, ਬਾਲਕ ਬੜਾ ਪਿਆਰਾ। ਪਰ ਬਾਲਕ ਨੂੰ ਕਿਸੇ ਪੁੱਛਿਆ ਵੀ ਤੂੰ ਰੋਂਦਾ ਕਿਉਂ ਹੈ। ਹੁਣ ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਅੰਦਰ ਆ ਗਿਆ, ਜਿਹੜੀ ਰੱਬ ਜੀ ਦੀ ਪ੍ਰੀਤ ਸੀ ਨਾ, ਤੇ ਜਦੋਂ ਰੱਬ ਨਾਲ ਟੁੱਟ ਕੇ ਦੁਨੀਆ ਅੰਦਰ ਆਇਆ ਤੇ ਰੋਂਦਾ ਸੀ, ਉਹ ਦੁਨੀਆ ਦੇ ਅੰਦਰ 10 ਥਾਵਾਂ ਤੇ ਪ੍ਰੀਤ ਪੈ ਗਈ। ਉਹ ਇੱਕ ਪ੍ਰੀਤ ਜਿਹੜੀ ਅਕਾਲ ਪੁਰਖ ਨਾਲ ਸੀ, ਦੁਨੀਆ ਦੇ ਅੰਦਰ 10 ਥਾਂ ਤੇ ਗੁਰੂ ਸਾਹਿਬ ਨੇ ਬਾਣੀ ਅੰਦਰ ਗਣਾਏ ਨੇ। ਸਾਡੀ ਤੇ ਪਤਾ ਨਹੀਂ ਦੁਨੀਆ ਦੇ ਅੰਦਰ ਕਿੰਨੀਆਂ ਕੁ ਪ੍ਰੀਤਾਂ ਬਣਾ ਕੇ ਬਹਿ ਜਾਂਦੇ। ਉਹਨੂੰ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਬਖਸ਼ੀ ਕਰਦੇ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮਣਾ ਪੁੱਛੈ ਜਾਤ, ਸਤਵੇਂ ਸੰਜ ਕੀਆ ਘਰਵਾਸ, ਅੱਠਵੇਂ ਕ੍ਰੋਧ ਹੁਆ ਧਨ ਨਾਸ, ਨੌਵੇਂ ਧੌਲੇ ਉਬੇਸਾ, ਦਸਵਾਂ ਦੱਦਾ ਹੁਆ ਸੇਵਾ। ਸਤਿਗੁਰੂ ਜੀ ਕਹਿੰਦੇ ਆਹ ਅਵਸਥਾ ਬਣ ਗਈ ਦੁਨੀਆ ਦੇ ਅੰਦਰ ਆ ਕੇ। ਇੰਨੇ ਥਾਂ ਦੇ ਉੱਤੇ ਪ੍ਰੀਤ ਪੈ ਗਈ। ਫਿਰ ਰੱਬ ਜੀ ਕਹਿੰਦੇ ਭਲਿਆ ਆ ਜਾ, ਤੇਰੀ ਦੁਨੀਆ ਚੰਗੀ ਨਹੀਂ ਲੱਗਦੀ, ਆ ਜਾ। ਫਿਰ ਆਪਾਂ ਕਹਿੰਦੇ ਨਾ ਰੱਬ ਜੀ ਕਿਹਦਾ ਜੀ ਕਰਦਾ ਮੌਤ, ਸਾਨੂੰ ਮੌਤ ਆਵੇ। ਕਿਹੜਾ ਮੈਨੂੰ ਕਹਿੰਦਾ ਮੈਨੂੰ ਮੌਤ ਆ। ਰੱਬ ਜੀ ਕਹਿੰਦੇ ਆ ਜਾ, ਕਹਿੰਦਾ ਨਹੀਂ ਰੱਬ ਜੀ ਹੁਣ ਨਹੀਂ, ਹੁਣ ਤੇ ਦੁਨੀਆ ਹੀ ਤੇਰੀ ਸਵਰਗ ਹੈ, ਤੂੰ ਦੁਨੀਆ ਹੀ ਇਸ ਤਰ੍ਹਾਂ ਦੀ ਬਣਾਈ ਹੈ, ਇੱਥੇ ਆ ਕੇ ਕਿਸੇ ਦਾ ਜਾਣ ਨੂੰ ਚਿੱਤ ਨਹੀਂ ਕਰਦਾ। ਰੱਬ ਜੀ ਕਹਿੰਦੇ ਉਦੋਂ ਤੇ ਰੋਂਦਾ ਸੀ, ਉਦੋਂ ਤੇ ਰੋਂਦਾ ਸੀ, ਰੱਬਾ ਕਿੱਥੇ ਭੇਜ ਦਿੱਤਾ ਹੀ। ਫਿਰ ਦੁਨੀਆ ਦੇ ਅੰਦਰ ਕੀਤਾ ਕੀ ਆ ਕੇ। ਸਤਿਗੁਰੂ ਜੀ ਕਹਿੰਦੇ 10 ਬਾਲ ਤਨ 20 ਰਮਣ, 10 ਸਾਲ ਜਿਹੜੇ ਸਨ ਬਚਪਨ ਦੇ ਵਿੱਚ ਬਤੀਤ ਹੋ ਗਏ, 20 ਸਾਲਾਂ ਤੱਕ ਥੋੜੀ ਬਹੁਤੀ ਸਮਝ ਹੈ।
दस बालकन 20 सगवन 30 का सुंदर कहावे, 40 पुर हुए 85 पग खिसै, 60 को बड़े पावे, 70 का मतहीन 80 का व्यवहार न पावे, नामे का सह जानसी मूल न जाने आप बाल टंडोलम ढूंढम डेटना, नानक जग धूमे का धौल हर। गुरु नानक साहब महाराज जी कहते मैं संसार में देख लिया, संसार का एक धुएं दे पहाड़ वर्गा है, धुएं का पहाड़ किन्नी देर तक रह सकता है। जिधर माड़ी जी हवा आई ते सारा कुछ खिलर खुल जाता, लभदा ही नहीं किधर गया। दुनिया इस तरह की है। तो सतगुरु जी कहते इत्थे रब दे नाल प्रीत करने वास्ते आए हैं, चंगे कर्म करने वास्ते आए हैं, नाम सिमरन करने वास्ते आए हैं। वो नाम सिमरन नूं जिन्हें जीवन का आधार बना लिया, उन्होंने समझ लग गई कि दुनिया के अंदर मैं करना की है, दुनिया अंदर करना की है, करना की है। पहले दिन तो लैके अखीर तक असी तैयारी करनी है, इत्थों जाण दी तैयारी करनी। वखरी विचार है एक बाणी दी विचार ते बाणी नूं विचारांगे ना, एक बड़ा वखरा राह बनदा कि असी दुनिया अंदर काहदी तैयारी, मौत की तैयारी करने वास्ते आए हैं। असीं ते घर दे विच मौत दा नाम नहीं लेंदे कदी बच्चियां सामने, पर सारे जने मौत की तैयारी करने वास्ते आए हैं। ये दुनिया के अंदरों भी पता नहीं किधर चल जाना, पर असी कुछ होर ही कम्मे लग गए। घर बार बना लो वधिया, धीआं पुत्र पैदा कर लो, उन्होंने पढ़ा लिखा लो, सैट कर लो, क्यों पता नहीं दुनिया अंदरों कदे चले जाना है, पता नहीं केड़ा समा आना दुनिया अंदरों चले जाना है। कोई नहीं कहता मैं रब की बंदगी कर लवां, अजे तक नितनेम ही नहीं होया, अजे तक अमृत पान नहीं किया, मैं छेती कर लवां, क्यों पता नहीं कदों दुनिया अंदरों चल जाना है। कोई नहीं कहता। सारे दुनियावी कामां दे विच, क्योंकि दुनियावी जीव हां, जे गुरु नूं पढ़ांगे, गुरु नूं समझांगे ते मनुखा जीवन की समझ लगनी है, मनुखा जीवन है की है। बोले शेख फरीद प्यारे अल्लाह लगे ए तन होसी खाक निमाणी गोर करे, ये शरीर नूं कबर दे विच पा के बंद कर दिता जाना है, मिट्टी दा मिट्टी हो जाना है। फिर करिए आज मिलावा शेख फरीद, हे शेख फरीद आज का अर्थ है ये मनुखा जीवन का समा। आज मिलावा शेख फरीद ताकम कुंजड़ियां मनो मचंदड़ियां, उन्हां चीज़ां नूं रोक ला जिहड़ियां चीज़ां तेरे मन नूं मचाउण वालियां ने। कहने हैं ना आपां गुरु सारे कि रब नूं जपण की कोशिश करते हैं, पर मन नहीं टिकदा एक थां दे उत्ते। इहदा अर्थ यह हुंदा कि सानूं पता जिहड़ी बंदगी आ साडे मन ने करनी है, कीती तां शरीर दे द्वारा जानी है, पर बंदगी मन ने करनी है। रब नूं मन ने प्राप्त करना है ते शरीर करके कीता जाना है। भाव जिन्नी देर तक शरीर विच रब साडे हिरदे अंदर बैठा होया है, हिरदे अंदर प्रकाश होना है, होना कदों है जिन्नी देर तक साडे कोल शरीर है। ते गुरु साहब जी कहंदे टाकम कुंजड़ियां मनो मचंदड़ियां। अज जिवें शरीर दा बीपी वधदा ना, अज दी बीमारी जिहड़ी है सारे नूं पता है, कदे बीपी वध जांदा है कदे घट जांदा है। सतगुरु जी कहते मन भी इस तरह का, मन का बीपी कदे वध जाता कदे घट जाता। बाणी अंदर कहते कब हूं जियड़ा ऊब चढ़त है, कब हूं जाए प्याले लोभी जियड़ा थिर ना रहता है चारे कुंडा भाले। कहते मन जिहड़ा है ना वो कदे ते आकाशां विच डालियां मारन लग जाता है, कदे जमीन विच धस जाता है। इन्ना लोभी हो गया चारे कुंडा दे विच चक्कर लांदा, बैठे गुरु दे कोल हुंदे आ मन किते होर ही डालियां मारदा। जे भुल भुलेखे गुरुद्वारा साहब चल जाके बह जाइए किते, जां जिद्दां अज दीवान दे विच बैठे हां, किन्नियां कदा मन टिकदा। अपने मन नूं झात मार के देखियो, बहुती वारी सानूं नहीं पता लगदा भी कित्थे है मन। जदों मन बारे सोचांगे ना, गुरु कोल बैठे होए मन बारे सोचिए मन कित्थे है, उदों पता लगना पता नहीं कित्थे कनेडा अमरीका दे विच घुमदा हुंदा किहड़े किहड़े पासे। फिर आपां वादा पता करदे आं, आपां रोज गुरुद्वारा साहब जांदे आं, मेरे वर्गा भी वादा करदा मैं बाणी पढ़दा भी हां, मैं बाणी विचारदा भी हां। मन कित्थे है? जिहड़े मन ने बाणी विचारनी सी, जिन्हें विचार सुननी सी, वो मन कित्थे है? वो मन ते लभदा नहीं भी है कित्थे है। जिन्हों समझ लग जाती है वो यत्न करता है मन में टका के अपने कोल बिठा के रखा, क्योंकि मन ने बंदगी करनी है। सतगुरु जी कहते टाकम कुंजड़ियां, वो चीज़ों रोक ला
ਹੁਣ ਰੋਗ ਕਿਵੇਂ ਲੱਗਣੇ? ਸੁਖਮਨੀ ਸਾਹਿਬ ਦੇ ਅੰਦਰ ਨਿਤਾ ਪ੍ਰਤੀ ਆਪ ਜੀ ਪੜ੍ਹਦੇ ਹੋਗੇ, ਸੁਖਮਨੀ ਸਾਹਿਬ ਦਾ ਪਾਠ ਆਸਿਆ ਕਰਦੇ ਹੋਗੇ, ਹਰ ਗੁਰਸਿੱਖ ਦਾ ਫਰਜ਼ ਹੈ ਕਰਨ ਦਾ। ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਸੁਖਮਨੀ ਸਾਹਿਬ ਤਕਰੀਬਨ ਆਪਾਂ ਕਰਦੇ ਹਾਂ। ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਲੱਖ ਕਰੋੜੀ ਬੰਦ ਨਾ ਪਰੈ, ਹਰਿ ਕਾ ਨਾਮ ਜਪਤ ਨਿਸਤਰੈ। ਲੱਖਾਂ ਕਰੋੜਾਂ ਦਾਤਾਂ ਇਕੱਠੀਆਂ ਕਰ ਲਿਓ, ਉਹਦੇ ਨਾਲ ਮਨ ਅੱਗੇ ਰੋਗ ਨਹੀਂ ਲੱਗੇਗਾ। ਦੁਨੀਆ ਅੰਦਰ ਝਾਂਕ ਮਾਰ ਕੇ ਦੇਖ ਲਿਓ, ਜਿਹਦੇ ਕੋਲ 100 ਆ ਕਹਿੰਦਾ ਮੇਰੇ ਕੋਲ 1000 ਹੋਣੇ ਚਾਹੀਦੇ, ਜਿਹਦੇ ਕੋਲ 1000 ਆ ਕਹਿੰਦਾ ਲੱਖਾਂ ਹੋਣੇ ਚਾਹੀਦੇ, ਜਿਹਦੇ ਕੋਲ ਲੱਖਾਂ ਉਹ ਕਰੋੜਾਂ ਵਾਲੇ ਪਾਸੇ ਤੁਰੇ। ਅੰਤ ਹੀ ਨਹੀਂ ਹੈ ਕੁਛ। ਅਸੀਂ ਸੋਚਦੇ ਹਾਂ ਕਿ ਅੱਜ ਸਾਡੇ ਕੋਲ ਆਹ ਦਾਤ ਹੈ ਨਾ, ਕੱਲ ਨੂੰ ਇਹ ਤੋਂ ਵੱਡੀ ਆਹ ਦਾਤ ਮਿਲ ਗਈ, ਸਾਡਾ ਮਨ ਬੜਾ ਖੁਸ਼ ਹੋਣਾ, ਮਨ ਭਤੀਜ ਜਾਣਾ। ਪਰ ਮਨ 2-4 ਦਿਨ ਖੁਸ਼ ਹੋ ਕੇ ਫਿਰ ਉਹ ਦਾਤ ਪੁਰਾਣੀ ਹੋ ਜਾਂਦੀ, ਫਿਰ ਉਹ ਤੋਂ ਵੱਡੀ ਲੱਭਦਾ। ਜਿੰਨੀਆਂ ਵੱਡੀਆਂ ਦਾਤਾਂ ਮਰਜ਼ੀ ਮਿਲ ਜਾਣ, ਉਹ ਤੋਂ ਵੱਡੀਆਂ ਵੱਡੀਆਂ ਦਾਤਾਂ ਲੱਭਦਾ ਗਾ। ਇਹ ਨਹੀਂ ਟਿਕਦਾ ਕਿਤੇ। ਟਿਕਿਆ ਕਦੋਂ? ਜਦੋਂ ਗੁਰੂ ਦੀ ਵਿਚਾਰ ਮਿਲ ਜਾਣੀ ਹੈ। ਸਤਿਗੁਰੂ ਜੀ ਇੱਕ ਬਚਨ ਕਰਦੇ ਬਾਣੀ ਅੰਦਰ, ਸਤਿਗੁਰੂ ਜੀ ਕਹਿੰਦੇ ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿ ਨਾ ਜਾਈ, ਸਾਰ ਸੰਭਾਲ ਮਾਤਾ ਮੁਖ ਨੀਰੈ ਤਬ ਉਹ ਤ੍ਰਿਪਤ ਅਗਾਈ। ਬੀਬੀਆਂ ਨੂੰ ਵੇਖੋ ਜਿਆਦਾ ਸਮਝ ਲੱਗ ਜਾਣੀ ਤੁਹਾਨੂੰ। ਸਾਡੇ ਘਰ ਵਿੱਚ ਬੱਚਾ ਛੋਟਾ ਜਿਹਾ, ਜਿਹੜਾ ਅਜੇ ਕੇਵਲ ਮਾਂ ਦੇ ਦੁੱਧ ਦੇ ਆਸਰੇ ਤੇ ਹੈ। ਘਰ ਦੇ ਵਿੱਚ ਪ੍ਰਾਹੁਣੇ ਆ ਗਏ ਤੇ ਮਾਂ ਨੇ 36 ਪ੍ਰਕਾਰ ਦੇ ਭੋਜਨ ਬਣਾਏ, ਤੇ 36 ਪ੍ਰਕਾਰ ਦੇ ਭੋਜਨ ਬਣਾ ਕੇ ਤੁਸੀਂ ਬੱਚੇ ਅੱਗੇ ਰੱਖ ਦਿਓ ਵੀ ਅੱਜ ਮੇਰਾ ਦੁੱਧ ਦੇਣ ਦਾ ਸਮਾਂ ਨਹੀਂ, ਤੈਨੂੰ ਅੱਜ ਤੂੰ ਆ ਛੱਕ ਕੇ ਤੇ ਇਹਨਾਂ ਨਾਲ ਗੁਜ਼ਾਰਾ ਕਰ ਲੈ। ਕਰਦਾ ਬੱਚਾ? ਬੱਚੇ ਨੂੰ ਕੋਈ ਮਤਲਬ ਨਹੀਂ 36 ਪ੍ਰਕਾਰ ਦੇ ਭੋਜਨਾਂ ਦਾ, ਜਿੰਨਾ ਕੁਝ ਮਰਜ਼ੀ ਬਣਾ ਕੇ ਰੱਖ ਦਿਓ। ਕੀ ਹੁੰਦਾ? ਸਾਰ ਸੰਭਾਲ। ਮਾਤਾ ਸਾਰਾ ਕੁਝ ਸੰਭਾਲ ਕੇ ਕੰਮ ਕਾਜ ਕਰਕੇ ਮਾਤਾ ਮੁਖ ਨੀਰੈ, ਬੱਚੇ ਦੇ ਮੂੰਹ 'ਚ ਦੁੱਧ ਪਾਉਂਦੀ ਤੇ ਬੱਚਾ ਰੋਣਾ ਚੁੱਪ ਕਰ ਜਾਂਦਾ। ਆ ਮਨ ਨੂੰ ਬੱਚਾ ਬਣਾ ਕੇ ਤਾਂ ਸਮਝ ਲਈਏ ਮਨ ਸਾਡਾ ਬੱਚਾ ਹੈ, ਤੇ ਇਹ ਬੱਚੇ ਦੀ ਖੁਰਾਕ ਕੀ ਹੈ? ਰੱਬ ਜੀ ਦਾ ਨਾਮ। ਅਸੀਂ ਕੀ ਦਿੰਦੇ ਆ? ਦੁਨੀਆ ਦੇ 36 ਪ੍ਰਕਾਰ ਦੇ ਭੋਜਨ ਅਸੀਂ ਦਿੰਦੇ ਆ, ਧਨ ਦੌਲਤਾਂ ਧੀਆਂ ਪੁੱਤਰ ਸਾਰਾ ਕੁਝ ਦੇ ਦਿੰਦੇ ਆ ਵੀ ਮਨਾ ਹੋਣ ਤੇ ਪਚੀਜਾ ਮਨ ਕਹਿੰਦਾ ਨਾ। ਕਾਰਨ ਕੀ ਹੈ? ਮਨ ਦੀ ਖੁਰਾਕ ਹੀ ਨਹੀਂ ਹੈ। ਮਨ ਭੁੱਖਾ ਬੈਠਾ, ਜਿੱਦਣ ਭੁੱਖ ਮਿਟ ਜੂਗੀ ਉਦੋਂ ਇੱਕ ਥਾਂ ਤੇ ਟਿਕ ਜਾਏਗਾ। ਜਿੱਦਾਂ ਬੱਚੇ ਦੀ ਭੁੱਖ ਮਿਟ ਗਈ ਤੇ ਬੱਚਾ ਰੋਣਾ ਚੁੱਪ ਹੋ ਗਿਆ, ਤੇ ਕਈ ਵਾਰੀ ਬੱਚਾ ਸੌਂ ਵੀ ਜਾਂਦਾ ਵੀ ਹੁਣ ਨਹੀਂ ਮੈਨੂੰ ਕੋਈ ਪਰਵਾਹ। ਇਸੇ ਤਰ੍ਹਾਂ ਮਨ ਨੂੰ ਭੁੱਖ ਹੈ ਰੱਬ ਜੀ ਦੇ ਨਾਮ ਤੇ ਅਸੀਂ ਦੁਨੀਆ ਦੇ ਪਦਾਰਥ ਲਈ ਜਾਂਦੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਆਇਆ ਬੰਨਾ, ਜੇ ਮਨ ਦੇ ਕੇ ਬੰਨਾ ਲਾਣਾ ਨਾ, ਕੋਈ ਰੋਕ ਲਾਉਣੀ ਹੈ ਤੇ ਉਹ ਬੰਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲੋਂ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਦੇ ਨੇ, ਕਿਉਂਕਿ ਗੁਰੂ ਜਿਹੜਾ ਹੁੰਦਾ ਨਾ, ਗੁਰੂ ਦੇ 4 ਫਰਜ਼ ਹੁੰਦੇ ਨੇ ਤੇ ਸਾਡੇ ਜੀਵਨ ਵਿੱਚ ਉਹ ਚਾਰੇ ਫਰਜ਼ ਪੂਰੇ ਕਰਦਾ ਗੁਰੂ। ਪਹਿਲਾ ਫਰਜ਼ ਹੁੰਦਾ ਹੈ ਗੁਰੂ ਦਾ ਕਿ ਗੁਰੂ ਸਮਝਾਉਂਦਾ ਹੈ। ਜਿਹੜਾ ਗੁਰੂ ਸਮਝਾਵੇ ਨਾ ਬਹੁਤ ਖਤਰਨਾਕ ਹੈ, ਉਹ ਬਹੁਤ ਖਤਰਨਾਕ ਜਿਹੜਾ ਸਮਝਾਉਂਦਾ ਹੈ। ਗੁਰੂ ਸਮਝਾਉਂਦਾ ਹੈ, ਗੁਰੂ ਬਚਾਉਂਦਾ ਹੈ, ਗੁਰੂ ਪਹੁੰਚਾਉਂਦਾ ਤੇ ਗੁਰੂ ਮਿਲਾਉਂਦਾ। ਭਾਵ ਕਿ ਜਦੋਂ ਗੁਰੂ ਨੂੰ ਬਾਂਹ ਫੜਾ ਦੇਣਾ ਨਾ, ਗੁਰੂ ਫਿਰ ਸਾਨੂੰ ਰਾਹ ਵਿੱਚ ਨਹੀਂ ਛੱਡਦਾ, ਉਹ ਸਾਡੀ ਮੰਜ਼ਿਲ ਤੇ ਪਹੁੰਚਾ ਦਿੰਦਾ। ਕਿ ਰੱਬ ਜੀ ਵਿੱਚ ਅਭੇਦ ਕਰ ਦਿੰਦਾ, ਸਾਨੂੰ ਸੱਚਖੰਡ ਦੇ ਵਿੱਚ ਪਹੁੰਚਾ ਦਿੰਦਾ ਹੈ। ਤੇ ਸੱਚਖੰਡ ਵਿੱਚ ਪਹੁੰਚਾ ਕੇ ਤੇ ਰੱਬ ਜੀ ਦੇ ਨਾਲ ਸਾਡਾ ਮਿਲਾਪ ਕਰਵਾ ਦਿੰਦਾ ਹੈ। ਗੁਰੂ ਇਸ ਤਰ੍ਹਾਂ ਦਾ। ਤਪ ਮਕੁੰਝੜੀਆਂ ਮਨੋ ਮਚੰਦੜੀਆਂ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ। ਸਮਝਾ, ਸਤਿਗੁਰੂ ਜੀ ਕਹਿੰਦੇ ਮਨ ਨੂੰ ਏਦਾਂ ਸਮਝਾ ਕੇ ਮਨਾ, ਇੱਕ ਦਿਨ ਦੁਨੀਆ ਅੰਦਰੋਂ ਮਰ ਕੇ ਚਲੇ ਜਾਣਾ ਤੇ ਕਦੇ ਪਰਤ ਹੀ ਨਹੀਂ ਆਉਣਾ। ਅਸਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਦੋਨਾਂ ਗੱਲਾਂ ਦਾ ਪਤਾ ਹੈ। ਇਹ ਵੀ ਪਤਾ ਕਿ ਮੌਤ ਆਉਣੀ ਹੈ ਇੱਕ ਦਿਨ, ਕੰਨ ਕੇ ਸਮਾਰ ਛੜੀਏ ਵੱਖਰੀ ਗੱਲ ਹੈ। ਦੂਜੀ ਗੱਲ ਦਾ ਵੀ ਪਤਾ ਹੈ ਕਿ ਦੁਨੀਆ ਦੇ ਅੰਦਰੋਂ ਚਲੇ ਗਏ, ਕਦੇ ਪਰਤ ਕੇ ਨਹੀਂ ਆਉਣਾ ਮੁੜ ਕੇ। ਫਿਰ ਕੀ ਹੈ? ਛੱਡ ਦਿੱਤਾ ਸਾਰਾ ਕੁਝ, ਰੱਬ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਨਾ। ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਚੋਲੀਏ। ਕੀ ਕਰਨਾ ਹੈ? ਸੱਚ ਧਰਮ ਨੂੰ ਅਪਣਾਉਣਾ ਹੈ। ਸੱਚ ਧਰਮ ਕੀ ਹੈ? ਆਪਣੇ ਮਨੁੱਖਾ ਜੀਵਨ ਦੇ ਫਰਜ਼ ਪਹਿਚਾਨਣੇ ਹੀ ਸਾਡਾ ਧਰਮ ਹੈ।
ਆ ਦੁਨੀਆ ਦੇ ਅੰਦਰ ਵੱਖਰੇ ਵੱਖਰੇ, ਕੋਈ ਹਿੰਦੂ ਕਹਿੰਦਾ, ਉਹ ਕਹਿੰਦਾ ਮੇਰਾ ਧਰਮ ਹਿੰਦੂ ਧਰਮ ਹੈ, ਕੋਈ ਕਹਿੰਦਾ ਮੁਸਲਮਾਨ ਹੈ। ਅਸੀਂ ਉਹਨਾਂ ਪਿੱਛੇ ਲੱਗਦੇ, ਕਹਿੰਦਾ ਸਾਡਾ ਸਿੱਖ ਧਰਮ ਹੈ। ਸਿੱਖ ਧਰਮ ਨਹੀਂ ਹੈ, ਸਿੱਖ ਧਰਮ ਨਹੀਂ ਹੈ, ਇਹ ਸਿੱਖ ਪੰਥ ਹੈ। ਪੰਥ ਦਾ ਮਤਲਬ ਹੁੰਦਾ ਰਸਤਾ, ਰਾਹ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਧਰਮਾਂ ਵਿੱਚੋਂ ਕੱਢ ਕੇ ਇੱਕ ਰਾਹ ਦੱਸਿਆ ਸੀ ਵੀ ਆਹ ਰਾਹ ਆ ਸੱਚਮੁੱਚ ਦਾ। ਤੇ ਲੋਕਾਂ ਨੇ ਸਵਾਲ ਕੀਤੇ ਸੀ ਗੁਰੂ ਸਾਹਿਬ ਜੀ ਦੇ ਕੋਲ ਵੀ ਤੁਸੀਂ ਤਾਂ ਕਹਿੰਦੇ ਹੋ ਧਰਮ ਨਹੀਂ ਤੇ ਧਰਮ ਹੀ ਤੇ ਆ, ਤੁਸੀਂ ਵੱਖਰਾ ਹੀ ਬੰਦਾ ਬਣਾਤਾ ਦੁਨੀਆ ਦੇ ਅੰਦਰ, ਤੁਸੀਂ ਕਿਹਾ ਸਾਧ ਰਸੂਲ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਕਿਹਾ ਵੀ ਮੈਂ ਤਾਂ ਨਹੀਂ ਲਾਇਆ ਕੇਸ, ਇਹ ਕੇਸ ਤੇ ਤੁਹਾਡੇ ਵੀ ਹੁੰਦੇ ਨੇ, ਮੈਂ ਨਹੀਂ ਬਣਾਏ ਕੇਸ, ਇਹ ਤੇ ਅਕਾਲ ਪੁਰਖ ਰੱਬ ਦੀ ਦੇਣ ਹੈ। ਜੇ ਰੱਬ ਨੂੰ ਕੇਸਾਂ ਵਾਲਾ ਨਾ ਪ੍ਰਵਾਨ ਹੁੰਦਾ ਤੇ ਰੱਬ ਨੇ ਦੇਣੀ ਨਹੀਂ ਸੀ। ਇਹ ਤਾਂ ਦੁਨੀਆ ਨੂੰ ਅਸਲੀਅਤ ਦੱਸੀ ਹੈ ਕਿ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ। ਜਿਹੜਾ ਰੱਬ ਨੇ ਦੁਨੀਆ ਦੇ ਅੰਦਰ ਮਨੁੱਖ ਭੇਜਿਆ, ਉਹ ਮਨੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ। ਕਿਸੇ ਵੀ ਧਰਮ ਦੇ ਵਿੱਚ, ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਮਜ਼ਹਬ ਵਿੱਚ ਕੋਈ ਬੱਚਾ ਜਨਮ ਲਵੇ, ਉਹਦੇ ਸਰੀਰ ਨਾਲ ਕੋਈ ਕਿਸੇ ਤਰ੍ਹਾਂ ਦੀ ਛੇੜਖਾਨੀ ਨਾ ਕਰੋ। ਦੱਸੋ ਕੀ ਹੋਏਗਾ ਬੱਚਾ? ਹਿੰਦੂ ਬਣੇਗਾ, ਮੁਸਲਮਾਨ ਕਿ ਸਿੱਖ? ਸਿੱਖ ਬਣੇਗਾ ਨਾ। ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋ। ਇਹਦਾ ਅਰਥ ਹੈ ਕਿ ਰੱਬ ਨੇ ਜਿਹੜਾ ਦੁਨੀਆ ਅੰਦਰ ਜੀਵ ਭੇਜਿਆ, ਉਹ ਇਸ ਤਰ੍ਹਾਂ ਦਾ ਭੇਜਿਆ। ਗੁਰੂ ਨਾਨਕ ਸਾਹਿਬ ਨੇ ਜਿੱਥੇ ਰੱਬ ਦੀ ਅਸਲੀਅਤ ਦੱਸੀ ਨਾ, ਲੋਕੀ ਤਾਂ ਮੂਰਤੀ ਵਿੱਚੋਂ ਰੱਬ ਲੱਭੀ ਜਾਂਦੇ ਸੀ। ਮੁਸਲਮਾਨ ਕਹਿੰਦੇ ਸੀ ਰੱਬ ਹੈ ਹੀ ਪੱਛਮ ਵਾਲੇ ਪਾਸੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨਹੀਂ ਭਲਿਓ, ਜੇ ਤੁਹਾਡੀ ਗੱਲ ਮੰਨੀ ਹੈ ਅੱਲਾ ਇੱਕ ਮਸੀਤ ਬਸਤਾ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਹੀਰਾ। ਕਹਿੰਦੇ ਉਹ ਕਹਿੰਦੇ ਮੂਰਤੀ ਵਿੱਚ ਰੱਬ ਹੈ, ਤੁਸੀਂ ਕਹਿੰਦੇ ਹੋ ਪੱਛਮ ਵਾਲੇ ਪਾਸੇ ਹੋ। ਸਤਿਗੁਰੂ ਜੀ ਕਹਿੰਦੇ ਤੁਹਾਡੀ ਦੋਨਾਂ ਦੀ ਸਚਾਈ ਨਹੀਂ, ਦੋਨੇ ਝੂਠ ਬੋਲ ਰਹੇ। ਤੁਸੀਂ ਰੱਬ ਦਾ ਤੁਹਾਨੂੰ ਪਤਾ ਹੀ ਨਹੀਂ ਰੱਬ ਚੀਜ਼ ਕੀ ਹੈ। ਰੱਬ ਤੇ ਉਹ ਹੈ ਜਿਹੜਾ ਕਣ ਕਣ ਦੇ ਵਿੱਚ ਵਸਿਆ ਹੋਇਆ, ਜਿਹੜਾ ਅਰਮਤਾ ਵਿੱਚ ਬਚਨ ਕੀਤਾ, ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਰੱਬ ਤੇ ਆ ਜਿਹੜਾ ਹਰ ਥਾਂ ਦੇ ਉੱਤੇ ਬੈਠਾ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਦੁਨੀਆ ਅੰਦਰ ਆਏ ਇੱਕ ਦਿਨ ਚਲੇ ਜਾਣਾ। ਸੱਚ ਧਰਮ ਦੀ ਪਹਿਚਾਣ ਕਰ ਲਈਏ, ਇਹ ਦੁਨੀਆ ਵਿੱਚ ਆਏ ਹੋਏ ਸਫਲ ਹੋ ਸਕਦੇ। ਇੱਕ ਦੋ ਪੰਕਤੀਆਂ ਵਿਚਾਰ ਕੇ ਸਮਾਪਤੀ ਕਰਾਂਗੇ ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਹੈ। ਬਾਬਾ ਫਰੀਦ ਜੀ ਕਹਿੰਦੇ ਆ ਜਿਹੜੀ ਧਰਤੀ ਦੇ ਤਖਤੇ ਉੱਤੇ ਅੱਜ ਅਸੀਂ ਬੈਠੇ ਹਾਂ ਨਾ, ਇੱਥੇ ਪਤਾ ਨਹੀਂ ਫਰੀਦਾ ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ ਗਏ। ਸ਼ੇਖ ਹਯਾਤੀ ਜਗ ਨਾ ਕੋਈ ਫਿਰ ਰਹਿਆ, ਜਿਸ ਆਸਣ ਹਮ ਬੈਠੇ केते बैस गया। गुरु अर्जन साहब महाराज जी को पूछिए तो कहते जैसे रहन परौने उठ चल सै प्रभात, क्या तू रत्ता दृष्ट स्यों सब फुल्ला की बागात, मेरी मेरी क्या करें जिन दिया सो प्रभ लोड़, सर पर उठी चलना छड़ जासी लाख करोड़, लाख 84 भ्रमतियां दुलभ जन्म पायो ए, नानक नाम संभाल तू 100 दिन नेड़ा आयो ए। ऐसा समझांगे ना कि मेरा दुनिया तो जान दा समा नजदीक ही है, पर अपन कदे सोचते अपने बारे ना जी ना। 5 साल बाद आ कुछ कर देना, 10 साल बाद उत्थे कोठी पा देनी, उधर कर देना, एवें कर आ सोचते हैं आप। ਅਸੀਂ ਕਦੀ ਸੋਚਿਆ ਨਹੀਂ ਵੀ 5 ਸਾਲ ਬਾਅਦ ਉਹ ਨਾ ਹੋਵੇ 5 ਸਾਲ ਛੱਡ ਕੇ 5 ਦਿਨ ਹੀ ਨਾ ਲੰਘਣ। ਇਹ ਤਾਂ ਇਦਾਂ ਸੋਚਾਂਗੇ ਨਾ ਰੱਬ ਦਾ ਚੇਤਾ ਉਦੋਂ ਹੋਣਾ ਹੈ, ਪਰ ਅਸੀਂ ਮੌਤ ਨੂੰ ਇੰਨਾ ਮਾੜਾ ਬਣਾ ਦਿੱਤਾ ਕਿ ਮੌਤ ਦਾ ਘਰ ਦੇ ਵਿੱਚ ਨਾਂ ਨਹੀਂ ਲੈਣਾ ਚਾਹੁੰਦੇ, ਕਦੇ ਆਪਣੇ ਬਾਰੇ ਨਹੀਂ ਆਉਣੀ ਤੇ ਫਿਰ ਵੀ ਹੈ। ਇੱਕ ਬੇਨਤੀ ਕਰਾਂ, ਜੇ ਮੌਤ ਨੂੰ ਆਪਾਂ ਚੇਤੇ ਕਰਾਂਗੇ ਨਾ, ਜਿੱਦਣ ਮੌਤ ਆਉਣੀ ਉਦੋਂ ਹੀ ਅਸੀਂ ਪਤਾ ਕੀ ਕਹਿੰਦੇ ਆ ਵੀ ਮੌਤ ਦਾ ਨਾਂ ਲਿਆ, ਇਹ ਨਾ ਹੋਵੇ ਕਿਤੇ ਮੌਤ ਇੱਧਰ ਹੀ ਆ ਜਾਏ। ਏਦਾਂ ਕਹਿੰਦੇ ਆਪਾਂ, ਮੌਤ ਦਾ ਨਾਂ ਲਿਆ ਉਹ ਨਾ ਹੋਵੇ ਕਿਤੇ ਚੇਤਾ ਆ ਜਾਏ। ਨਾ ਐਸਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜਿੰਨੇ ਸਵਾਸ ਰੱਬ ਨੇ ਤੈਨੂੰ ਦੇ ਕੇ ਭੇਜਿਆ ਨਾ ਦੁਨੀਆ ਅੰਦਰ, ਭਾਈ ਸਾਹਿਬ ਕਰਨਾ ਕੀਰਤਨ ਕਰਦੇ ਵਿਚਾਰ ਕਰ ਰਹੇ ਸੀ, ਜਿੰਨੇ ਰੱਬ ਜੀ ਨੇ ਤੈਨੂੰ ਸਵਾਸ ਦੁਨੀਆ ਦੇ ਅੰਦਰ ਦੇ ਕੇ ਭੇਜਿਆ ਨਾ, ਉਹ ਸਾਰੇ ਦੇ ਸਾਰੇ ਸਵਾਸ ਤੇਰੇ ਖਤਮ ਹੋਣਗੇ ਤਾਂ ਦੁਨੀਆ ਤੋਂ ਜਾਣਾ ਹੈ। ਇੱਕ ਸਵਾਸ ਵੀ ਨਾ ਪਹਿਲਾਂ ਤੇ ਨਾ ਬਾਅਦ ਵਿੱਚ, ਇਹ ਤੇ ਬਹਾਨੇ ਬਣਦੇ ਨੇ ਦੁਨੀਆ ਦੇ ਅੰਦਰ। ਫਲਾਣਾ ਫਾਂਸੀ ਲੈ ਕੇ ਮਰ ਗਿਆ ਜੀ, ਜੇ ਫਾਂਸੀ ਨਾਲ ਲੈਂਦਾ ਉਹਦੀ ਮੌਤ ਨਹੀਂ ਸੀ ਹੋਣੀ, ਕਿੱਦਾਂ ਨਾ ਹੁੰਦੀ। ਕਿਸੇ ਨੇ ਖੁਦਕੁਸ਼ੀ ਕਰ ਲਈ, ਜੇ ਨਾ ਕਰਦਾ ਮੌਤ ਨਹੀਂ ਸੀ ਹੋਣੀ, ਕਿੱਦਾਂ ਨਾ ਹੁੰਦੀ। ਕਿਉਂਕਿ ਰੱਬ ਨੇ ਸਵਾਸ ਇੰਨੇ ਲੈ ਕੇ ਭੇਜਿਆ ਸੀ, ਕਾਰਨ ਕੋਈ ਨਾ ਕੋਈ ਬੰਨਾ, ਕਾਰਨ ਵੀ ਜਿਹੜਾ ਵੀ ਲੈ ਕੇ ਭੇਜਿਆ ਹੋਇਆ।
सतगुरां दी पावन बाणी कहती है मरण लिखाए मंडल में आए, पहला मौत लिखाई है ते फिर दुनिया के अंदर आए आप। मौत पहला अपने हत्थों नाल जिद्दां आपां घरों जाना होवे किते रिश्तेदार कोल जाइए, घर दे बाकी पुछदे भी कदों आएगा वापस, ਅਸੀਂ कह के जाने कि 2 4 10 दिन बाद। इदां जो दुनिया अंदर आउणा ते रब ने सानूं पुछया भी भलिया ਚੱਲਿਆ यात्रा ते वापस कदों आउणा है। रब जी इन्ने समय बाद रब जी कहते लिख के दे जाए, क्योंकि रब जी के कच्चे काम थोड़ा साडे पर वो कहते लिख के दे जाए, आप लिख के दे के आए रब जी उदों मेरी इतनी उम्र होगी, आह कारण बनना है, सारा कुछ होना है तो मेरी मौत हो जानी। जे कारण लिखिया होंदा तो बंदे ने फांसी नहीं सी लैनी। भाव के जिन्ने सवास रब जी ने दे के भेजिया दुनिया के अंदर, ਉਹਦੇ ਤੋਂ ਪਹਿਲਾਂ एक ਸਵਾਸ भी ਪਹਿਲਾਂ ਜਿਹੜੀ ਹੈ मौत नहीं होगी बंदे ਦੀ, ਤੇ ਜਿੱਦਣ ਸਵਾਸ खत्म हो जाए एक ਸਵਾਸ भी ਵੱਧ नहीं ਲੈ ਸਕਦਾ। मैं बेनती करदा हुन्ना ਸਵਾਸਾਂ ਦੀ ਕੀਮਤ ਉਦੋਂ ਪਤਾ ਲੱਗਦੀ ਜਦੋਂ ਸਵਾਸ ਖਤਮ ਹੋ ਜਾਂਦੇ ਨੇ। ਇਦਾਂ ਤਾਂ ਸਾਨੂੰ ਪਤਾ ਹੀ ਨਹੀਂ ਕਦੋਂ ਸਵਾਸ ਅੰਦਰ ਜਾਂਦਾ ਕਦੋਂ ਬਾਹਰ, ਸਾਨੂੰ ਪਤਾ ਹੀ ਨਹੀਂ, ਕਦੀ ਵਿਚਾਰਦੇ ਹੀ ਨਹੀਂ ਆਪਾਂ। ਜਿੱਦਣ ਸਾਰੇ ਹੀ ਖਤਮ ਹੋ ਜਾਂਦੇ ਨੇ। ਮਨੁੱਖ ਨੇ ਮੰਨ ਲਓ ਦੁਨੀਆ ਅੰਦਰ 60-70 ਸਾਲ ਦਾ ਸਮਾਂ ਬਤੀਤ ਕੀਤਾ, ਜਿੰਨੇ ਧਨ ਪਦਾਰਥ ਜੋ ਕੁਝ ਵੀ ਦੁਨੀਆ ਅੰਦਰ ਇਕੱਠਾ ਕੀਤਾ ਨਾ, ਸਾਰਾ ਕੁਝ ਇਕੱਠਾ ਕਰਕੇ ਰੱਖ ਦੇ, ਕਹਿੰਦੇ ਭਲਿਓ ਆ ਸਾਰਾ ਕੁਝ ਲੈ ਲਓ, ਮੈਨੂੰ ਇੱਕ ਸਵਾਸ ਦੇ ਦਿਓ। ਉਹ ਪਦਾਰਥਾਂ ਦੇ ਨਾਲ ਆਪਾਂ ਇੱਕ ਸਵਾਸ ਨਹੀਂ ਖਰੀਦ ਸਕਦੇ। ਉਹ ਦੇਖੀ ਦੁਨੀਆ ਦੇ ਸਾਰੇ ਪਦਾਰਥ ਇਕੱਠੇ ਕਰ ਲਓ, ਉਹਦੇ ਨਾਲ ਇੱਕ ਸਵਾਸ ਨਹੀਂ ਖਰੀਦਿਆ ਜਾ ਸਕਦਾ। ਤਾਂ ਬਾਬਾ ਫਰੀਦ ਜੀ ਕਹਿੰਦੇ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ केते बैस गया। अगे कहते कि चेतन में समझ लग गई, पता नहीं दुनिया अंदर आए किन्ने ते किन्ने को दुनिया अंदरों चले गए, किवें जांदे चले चलन हार विचारां ले मनो। कई बार मनुख सोचता भी कल सवेरे उठदे सार ना मैं आह काम करना है, मैं कल सवेरे उठदे सार फलाने पासे जाना है। माने इधर भावना बनाई हुई है, जे रात नहीं सवास खत्म हो जाना, फिर जो मन दे विच सोचिया सी वो मन दे विच ही रह गया। बाबा फरीद जी कहते चले चलन हार विचारां ले मनो, गढ़ेंदियां छे मां तुड़ेंदियां हिक खिनो। मां दे गर्भ दे विच आ शरीर नूं बन लगिया 6 महीने दा समा लगदा, समय दे मुताबिक दुनिया विच आउंदा, पूरी जिंदगी टेल ला दिंदा इस शरीर नूं पालण वास्ते, इस शरीर नूं सोहना बनाउण वास्ते। पर जिद्दन सवास खत्म हुंदे ने, जिहड़ा सारी जिंदगी शरीर पालिया हुंदा तुड़िंदियां एक खिनो, किन कहंदे अख झमकण देना समा, अख झमकण देना समा। जे सवास अंदर जाके बाहर आ गया जिंदगी है, नहीं तो इत्थे खेड खत्म है। मन बड़ा की है, मन नहीं समझदा। मन कहता कोई सबूत कोई गवाह है इस गल का कि दुनिया अंदर किन्ने जीव आए ते किन्ने चले गए। सतगुरु जी कहते हाँ, 2 गवाह ऐसे ने जेड़े कदे बदले नहीं। दुनिया अंदर पता नहीं किन्ने मनुख आए ते किन्ने को चले गए। जी में पूछा यशमान फरीदा खेवट किन गए, जालन गोरा नाल उलामे जी सहे। एक धरती ते एक आसमान ये नहीं बदले, नहीं तो इत्थे पता नहीं किन्ने को जीव आए ते अपना अपना समय बतीत करके तुरे जा रहे ने। ये 2 गवाह ने, एक धरती ते एक आकाश, जेड़े दसदे ने कि दुनिया अंदर बड़े जीव आए, बड़े 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 राजे जिन्हां दे धौंसे वजदे रहे, जिन्हां ने काल नूं भी अपने वस दे विच कर लिया, पर आखिर नूं वो भी दुनिया तो चले गए। ये दुनिया तो जाना ही जाना है। जालन गोरा नाल ए जिहड़ा शरीर है ये कोई कबर विच बंद कर देंदा है, कोई अग दे विच साड़ देंदा है। उलामे जी सहे, आ जिहड़ी जिंद है ना, चंगे ते मंदे कर्मां दे उलामे इहनूं मिलदे ने। रंगता विच बेनती कीती सी कि जीव आत्मा दी मौत नहीं हुंदी। की हुंदा है जदों शरीर दी मौत हुंदी है ना, ये जिंद कढ के इहदे वास्ते इहदे कीते होए कर्मां दे अनुसार अगे शरीर तैयार है। जिहड़ा बाणी दा फैसला है ना, ये शरीर दे विचों जिंद निकलदी है, इहदे वास्ते अगे शरीर तैयार है उहदे कीते होए कर्मां दे मुताबिक। असीं तो पता नहीं किहड़ा स्वर्ग ते किहड़ा नरक बना दिता,
ਵੀ ਦੁਨੀਆ ਤੋਂ ਮਨੁੱਖ ਗਿਆ ਜੀ, ਉਹ ਸਵਰਗਾਂ ਚਲ ਗਿਆ, ਉਹ ਨਰਕਾਂ ਵਿੱਚ ਚਲਾ ਗਿਆ। ਬਿਲਕੁਲ ਐਸਾ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜੋ ਕਹਿ ਰਹੀ ਹੈ ਨਾ, ਅਟਲ ਸਚਾਈ ਉਹ ਹੈ। ਇਹ ਸਰੀਰ ਚੋਂ ਕੱਢ ਕੇ ਜਿੰਦ ਉਹਦੇ ਬਾਅਦ ਜਿਹੜਾ ਅਗਲਾ ਸਰੀਰ ਹੈ ਉਹਦੇ ਵਿੱਚ ਪਾਈ ਜਾਂਦੀ ਹੈ। ਜਿਹੋ ਜਿਹੇ ਮਨੁੱਖ ਨੇ ਕਰਮ ਕੀਤੇ ਨੇ ਉਹੋ ਜਿਹਾ ਉਹਦੇ ਵਾਸਤੇ ਅਗਲਾ ਸਰੀਰ ਘੜਿਆ ਪਿਆ, ਉਹਦੇ ਵਿੱਚ ਜਿੰਦ ਪਾ ਦਿੱਤੀ ਜਾਂਦੀ ਹੈ। ਤੇ ਇਹ ਹੀ ਨਰਕ ਤੇ ਸਵਰਗ ਹੈ ਦੁਨੀਆ ਦਾ। ਆ ਮਨੁੱਖਾ ਜੀਵਨ ਜੇਕਰ ਜਿਉਣ ਦੀ ਜਾਚ ਆ ਜਾਏ ਤੇ ਇਹਦੇ ਵਰਗਾ ਸਵਰਗ ਨਹੀਂ, ਤੇ ਮਨੁੱਖਾ ਜੀਵਨ ਨੂੰ ਛੱਡ ਕੇ ਦੂਜੀਆਂ ਜੋਨਾਂ ਦਾ ਇਹਦੇ ਵਰਗਾ ਨਰਕ ਨਹੀਂ। ਇਹ ਦੁਨੀਆ ਦੇ ਵਿੱਚ ਹੀ ਨਰਕ ਤੇ ਇੱਥੇ ਹੀ ਸਵਰਗ ਹੈ। ਕਈ ਵਾਰੀ ਮਨੁੱਖ ਦੇ ਕੋਲ ਸਰੀਰ ਜਿਹੜਾ ਉਹ ਮਨੁੱਖਤਾ ਵਾਲਾ ਹੁੰਦਾ ਹੈ, ਪਰ ਜਿਹੜੀ ਸੁਰਤ ਹੈ ਮਨੁੱਖਾਂ ਵਾਲੇ ਕੰਮ ਨਹੀਂ ਹੁੰਦੇ। ਸਤਿਗੁਰੂ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਵੇਖਿਆ ਸਾਡੇ ਵਿੱਚ ਉਹਨਾਂ ਨੇ ਤਾਂ ਹੀ ਲੱਗਿਆ ਨਾ ਪਤਾ, ਤਾਂ ਹੀ ਦੱਸਿਆ ਦੁਨੀਆ ਨੂੰ ਵੀ ਸਰੀਰ ਤਾਂ ਮੈਨੂੰ ਮਨੁੱਖ ਵਾਲਾ ਦਿਸ ਰਿਹਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪਰ ਹੈ ਕੀ ਹੈ? ਕਰਤੂਤਾਂ ਪਸ਼ੂਆਂ ਵਾਲੀਆਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਵੀ ਦੂਜਿਆਂ ਨੂੰ ਦੱਸੀ ਜਾ ਰਿਹਾ, ਆਪਣੇ ਉੱਤੇ ਕੋਈ ਅਸਰ ਹੀ ਨਹੀਂ। ਕਬੀਰ ਅਵਰੈ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਆਪਣੇ ਘਰ ਨੂੰ ਚੋਰ ਲੁੱਟ ਕੇ ਲੈ ਜਾਂਦੇ ਨੇ ਤੇ ਬਾਹਰ ਦਿਆਂ ਦੀ ਰਾਖੀ ਕਰਦਾ ਰਹਿੰਦਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਸਰਦਾਰ ਬਾਲਾ ਸਿੰਘ ਜੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਅਕਾਲ ਚਲਾਣਾ ਕਰ ਗਏ, ਸਾਰਿਆਂ ਨੇ ਦੁਨੀਆ ਦੇ ਅੰਦਰੋਂ ਚਲੇ ਜਾਣਾ, ਆਪਣਾ ਆਪਣਾ ਸਮਾਂ ਬਤੀਤ ਕਰਕੇ। ਤੋ ਦੁਨੀਆ ਦੇ ਵਿੱਚ ਆਇਆ ਹੋਇਆ ਮਨੁੱਖ ਉਹ ਪ੍ਰਵਾਨ ਹੈ। ਅਸਲ ਦੇ ਵਿੱਚ ਮਨੁੱਖ ਉਹ ਹੈ ਜਿਨੇ ਇਸ ਸਰੀਰ ਵਿੱਚ ਰਹਿੰਦਿਆਂ ਰੱਬ ਦੀ ਬੰਦਗੀ ਕਰਕੇ ਆਪਣਾ ਜੀਵਨ ਬਤੀਤ ਕੀਤਾ ਹੈ। ਜਿਉਂਦੇ ਜੀ ਜਿਹੜਾ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ, ਉਹਨੂੰ ਫਿਰ ਮੌਤ ਤੋਂ ਡਰ ਨਹੀਂ ਲੱਗਦਾ। कबीर मोह मरने का चाव है, वो भी तो मौत ही है ना। मोह मरने का चाव है, मरो तहार का द्वार मत हर पूछे कौन है, परा हमारे बार। गुरु नानक साहब जी कहते मरन न मंदा लोका आखिए, जे मर जाने ऐसा कोई सेवो साहब समरथ अपना पंथ सुहेला आ गया है। सो होइयां बेअंत भुलां तो खिमा बख्शनी जी। सतगुरु जी किरपा रहमत बख्शी करन। अज दे समागमां दे विचों जो कुछ भी कीर्तन होया, श्री अखंड पाठ साहब कीते गए ने, विचारां कीतियां साडे ते मनां दे विच, तुहाडे मनां दे विच गुरु साहब जी किरपा करके सच दी विचार टका देण, असीं सचमुच मनुख बन के अपना जीवन बसर कर सकीए। आओ सारे जने मिल के आनंद साहब 6 पौड़ियां दा जाप उपरंत गुरु चरनां विच आपां सारिआं ने मिल के ये अरदास बेनती करनी है। बाबाणियां कहानियां पुत सपुत करेण कि जिहड़ी जीवात्मा साडे तों विछड़ीए, गुरु साहब जी किरपा करके उन्हें जन्म ते मरण के गेड़ तो रहत करके अपने चरणों में निवास बख्शण। पिछे परिवारों के सिर ते मेहर प्रयात रख के गुरसिੱਖੀ नामदान भरोसा चढ़दियां कला बख्शी कर नाम संग सहाय होण जी। प्यार सहित फतेह बुलाओ आखो जी वाहेगुरु जी का खालसा वाहेगुरु जी की फतेह। राम कली महला तीजा, आनंद एक ओंकार।